ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ, ਸਤਿਗੁਰੂ ਸਮਝਾਉਂਦੇ ਕਿ ਸਾਡੇ ਮਨ ਦੀ ਜਿਹੜੀ ਸੱਚੀ ਗਾਰ ਹੈ ਉਹ ਅਸੀਂ ਕਿਹੜੀ ਗਾਰ ਕਰਨੀ ਹੈ। ਜਿਹੜੇ ਫਿਰ ਗੁਰਮੁਖ ਗੁਰੂ ਦੀ ਮੱਤ ਦੁਆਰਾ ਚੱਲਦੇ ਉਹ ਫਿਰ ਸੱਚੀ ਕਿਰਤ ਉਹ ਸੱਚੀ ਗਾਰੇ ਲੱਗਦੇ। ਸੱਚੀ ਗਾਰ ਕੀ ਹੈ? ਸੱਚ ਜੋ ਸਾਡਾ ਸਾਰਿਆਂ ਦਾ ਮਾਤਾ ਪਿਤਾ, ਸਾਡਾ ਮੂਲ, ਉਹ ਸੱਚ ਨੂੰ ਧਿਆਉਣਾ, ਸੱਚ ਦੀ ਉਸਤਤ ਵਡਿਆਈ ਕਰਨੀ, ਸੱਚ ਦੇ ਨਾਲ ਜੁੜਨਾ ਵਾਹਿਗੁਰੂ ਦੇ ਨਾਲ, ਇਹ ਸੱਚੀ ਗਾਰ ਹੈ। ਮਾਰੇ ਫਰਮਾਉਂਦੇ ਸੱਚ ਸਲਾਹਣ ਸੇ ਸੱਚੇ, ਸੱਚਾ ਨਾਮ ਆਧਾਰ, ਸੱਚੀ ਗਾਰ ਕਬਾਵਣੀ, ਸੱਚੇ ਨਾਲ ਪਿਆਰ। ਬਈ ਗੁਰਮੁਖਾਂ ਨੇ ਜੋ ਕਾਰ ਕਮਾਉਣੀ ਸੱਚੀ, ਸੱਚ ਦੇ ਨਾਲ ਪਰਮਾਤਮਾ ਦੇ ਨਾਲ ਪ੍ਰੇਮ ਪਾਉਣਾ, ਇਹ ਸੱਚੀ ਕਾਰ ਹੈ। ਸੱਚ ਨੂੰ ਜਦੋਂ ਅਸੀਂ ਸਲਾਹੁੰਦੇ ਹਾਂ, ਸੱਚ ਦੀ ਵਡਿਆਈ ਕਰਦੇ, ਪਰਮਾਤਮਾ ਦੀ, ਸਾਡਾ ਮਨ ਸੁੱਚਾ ਹੋ ਜਾਂਦਾ। ਸਾਡੇ ਮਨ ਦੀ ਜਿਹੜੀ ਝੂਠ, ਇਹ ਝੂਠ ਲੱਥ ਜਾਂਦੀ ਹੈ, ਮੈਲ ਲੈ ਜਾਂਦੀ ਹੈ। ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਤੁਸੀਂ ਸੱਚੀ ਕਾਰੇ ਲੱਗੋ। ਹੁਣ ਸੱਚੀ ਕਾਰ ਅਸੀਂ ਓਨਾ ਸਮਾਂ ਕਰ ਨਹੀਂ ਸਕਦੇ ਜਿੰਨਾ ਸਮਾਂ ਸਾਨੂੰ ਗਿਆਨ ਨਹੀਂ, ਜਿੰਨਾ ਸਮਾਂ ਸਾਨੂੰ ਸੋਝੀ ਨਹੀਂ ਆਉਂਦੀ। ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਉਹਨੂੰ ਪਤਾ ਨਹੀਂ ਹੈ ਕਿ ਇਹ ਸੱਚੀ ਕਾਰ ਅਸੀਂ ਕਿਵੇਂ ਕਰਨੀ। ਸੋ ਇਹ ਜੋ ਹੁਣ ਆਪਾਂ ਫਿਰ ਸਿਮਰਨ ਅਭਿਆਸ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਇਹ ਆਪਾਂ ਸੱਚੀ ਕਾਰ ਕਮਾਉਂਦੇ, ਸੱਚੀ ਕਾਰੇ ਲੱਗੇ। ਤੇ ਜਦੋਂ ਅਸੀਂ ਇਹ ਸੱਚੀ ਕਾਰੇ ਲੱਗਾਂਗੇ, ਸਾਡਾ ਸੱਚ ਦੇ ਨਾਲ ਵਾਹਿਗੁਰੂ ਦੇ ਨਾਲ ਪ੍ਰੇਮ ਪੈ ਜਾਏਗਾ।
ਤੇ ਜਦੋਂ ਸਾਡਾ ਮਾਲਕ ਨਾਲ ਪ੍ਰੇਮ ਪੈ ਗਿਆ ਫਿਰ ਇਹ ਪ੍ਰੇਮਾ ਭਗਤੀ ਹੈ। ਜਦੋਂ ਸਾਨੂੰ ਇਹ ਪ੍ਰੇਮਾ ਭਗਤੀ ਦਾ ਗਿਆਨ ਹੋ ਜਾਂਦਾ, ਭੇਤ ਆ ਜਾਂਦਾ ਹੈ, ਸਾਡਾ ਮਨ ਜਿਹੜਾ ਪਹਿਲਾਂ ਝੂਠਾ ਹੋ ਚੁੱਕਿਆ, ਜਿਹੜਾ ਮੈਲਾ ਹੋ ਚੁੱਕਿਆ, ਜਿਹੜਾ ਨਖਾਲਸ ਹੋ ਚੁੱਕਿਆ, ਫਿਰ ਇਹ ਖਾਲਸਾ ਬਣ ਜਾਂਦਾ। ਮਾਰੇ ਫਰਮਾਉਂਦੇ ਕਹੋ ਕਬੀਰ ਜਨ ਭਏ ਖਾਲਸੀ, ਪ੍ਰੇਮ ਭਗਤ ਜਿਹ ਜਾਨੀ। ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਜਿਹੜੇ ਸੱਚੀ ਗਾਰੇ ਲਾਗੇ, ਉਹਨਾਂ ਦਾ ਜਿਹੜਾ ਮਨ ਸਤਿਗੁਰੂ ਕਹਿੰਦੇ ਵੀ ਉਹ ਖਾਲਸਾ ਹੋ ਜਾਂਦਾ ਹੈ, ਉਹ ਖਾਲਸਾ ਬਣ ਜਾਂਦਾ। ਖਾਲਸਾ ਹੁੰਦਾ ਹੈ ਵੀ ਪਿਓਰ, ਸ਼ੁੱਧ, ਵੀ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਹੁਣ ਜਿਵੇਂ ਇਹ ਸਾਡਾ ਸਰੀਰ ਹੈ, ਪੰਜਾਂ ਤੱਤਾਂ ਦਾ ਬਣਿਆ, ਇਹ ਜਿਹੜੇ ਪੰਜ ਤੱਤ ਨੇ ਇਹ ਖਾਲਸ ਨੇ, ਇਹਨਾਂ ਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਪੌਣ, ਪਾਣੀ, ਅਗਨ, ਮਿੱਟੀ ਦੇ ਆਕਾਸ਼ ਤੱਤ, ਇਹ ਜਿਹੜੇ ਤੱਤ ਨੇ ਇਹਨਾਂ ਨੂੰ ਖਾਲਸ ਆਖੀਏ, ਇਹਨਾਂ ਨੂੰ ਗੁਰਮੁਖ ਆਖੀਏ। ਸਾਡਾ ਜਿਹੜਾ ਮਨ ਹੈ ਇਹ ਨਖਾਲਸ ਹੋ ਜਾਂਦਾ। ਜਿਵੇਂ ਹੁਣ ਇਹ ਤੱਤ ਨੇ, ਤੱਤਾਂ 'ਚ ਤੱਤ ਸਮਾ ਜਾਂਦੇ ਨੇ। ਸਰੀਰ ਹੈ ਜਿਹੜਾ ਇਹ ਪੰਜਾਂ ਤੱਤਾਂ ਦਾ, ਇਹਨੂੰ ਚਾਹੇ ਮਿੱਟੀ 'ਚ ਦਫਨਾ ਦਿਓ, ਚਾਹੇ ਇਹਨੂੰ ਅਗਨ ਦੇ ਵਿੱਚ ਸੰਸਕਾਰ ਕਰ ਦਿਓ, ਸਾੜ ਦਿਓ, ਚਾਹੇ ਪਾਣੀ 'ਚ ਰੋੜ ਦਿਓ, ਇਹ ਤੱਤ ਨੇ ਜਿਹੜੇ ਇਹ ਬਿਖਰ ਜਾਂਦੇ ਨੇ, ਇਹ ਗਲ ਜਾਂਦੇ ਨੇ। ਜਿਹੜਾ ਸਾਡਾ ਮਨ ਹੈ ਉਹ ਮਨ ਖਾਲਸ ਹੋ ਚੁੱਕਿਆ, ਜਿਹੜਾ ਸੱਚ 'ਚ ਸਮਾਉਂਦਾ ਨਹੀਂ ਮਾਲਕ ਦੇ ਵਿੱਚ, ਜਿਹੜਾ ਵਾਰ-ਵਾਰ ਇਹ ਫਿਰ ਆਕਾਰਾਂ ਦੇ ਵਿੱਚ, ਜੂਨਾਂ ਦੇ ਵਿੱਚ ਆ ਜਾ ਰਹੀ ਹੈ। ਮਹਾਰਾਜ ਇਸ ਲਈ ਸਾਨੂੰ ਫਰਮਾਉਂਦੇ ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਪੌਣ ਵਸੰਤਰ, ਖੇਲੇ ਵਡਾਣੀ, ਸੋ ਨਗਰਾ ਜੋ ਮਰ ਮਰ ਜਮੇ, ਨਗੁਰੇ ਆਵਣ ਜਾਵਣੇ ਆ। ਜਿਹੜਾ ਮਨ ਸ਼ਬਦ ਗੁਰੂ ਦੇ ਨਾਲ ਨਹੀਂ ਜੁੜਿਆ ਉਹਨੂੰ ਗੁਰਬਾਣੀ 'ਚ ਨਗੁਰਾ ਆਖੀ। ਵੀ ਜਿਹੜਾ ਨਗੁਰਾ, ਜਿਹਨੂੰ ਸ਼ਬਦ ਗੁਰੂ ਦਾ ਭੇਤ ਨਹੀਂ, ਉਹ ਵਾਰ-ਵਾਰ ਜੰਮਦਾ ਮਰਦਾ, ਵਾਰ-ਵਾਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ। ਇਹ ਜਿਹੜੇ ਤੱਤ ਨੇ ਇਹਨਾਂ ਦੇ ਵਿੱਚ ਕੋਈ ਮਿਲਾਵਟ ਨਹੀਂ ਹੈ, ਇਹ ਖਾਲਸ ਨੇ। ਪੌਣ, ਪਾਣੀ, ਮਿੱਟੀ, ਆਕਾਸ਼ ਤੱਤ, ਅਗਨ ਤੱਤ, ਇਹ ਖਾਲਸੀ। ਪਰ ਜਿਹੜਾ ਸਾਡਾ ਮਨ ਇਹ ਨਖਾਲਸ ਹੋ ਚੁੱਕਿਆ, ਇਹ ਜਦੋਂ ਨਾਮ ਤੋਂ ਦੂਰ ਚਲਾ ਜਾਂਦਾ ਹੈ, ਸ਼ਬਦ ਗੁਰੂ ਦੇ ਨਾਲੋਂ ਸਾਡੀ ਲੈਵ ਟੁੱਟ ਜਾਂਦੀ ਹੈ, ਤੇ ਉਦੋਂ ਫਿਰ ਇਸ ਨੂੰ ਕਹਿੰਦੇ ਇਹ ਨਗੁਰਾ ਹੈ। ਤੇ ਜਿਹੜਾ ਨਗੁਰਾ ਹੈ ਉਹਦਾ ਫਿਰ ਆਉਣ ਜਾਣ, ਉਹ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ। ਹੁਣ ਉਹ ਗੁਰੂ ਕਿੱਥੇ ਹੈ ਫਿਰ ਜਿਹਦੇ ਨਾਲ ਜੁੜ ਕੇ ਅਸੀਂ ਗੁਰੂ ਵਾਲੇ ਬਣਨਾ? ਉਹ ਸ਼ਬਦ ਗੁਰੂ ਸਾਡੇ ਸਾਰਿਆਂ ਦੇ ਅੰਦਰ ਹੈ, ਨਿਜ ਮਹਿਲ ਠਹਿਰ ਘਰ ਦੇ ਵਿੱਚ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਗੁਰੂ ਦੇ ਨਾਲ ਅਸੀਂ ਕਦੋਂ ਆਪਦੇ ਆਪ ਨੂੰ ਜੁੜਿਆ ਸਮਝੀਏ, ਕਦੋਂ ਅਸੀਂ ਗੁਰੂ ਵਾਲੇ ਮੰਨੀਏ। ਜਦੋਂ ਸਾਡਾ ਮਨ
ਇਹ ਹਰਕ ਸੋਗ ਖੁਸ਼ੀ ਗਮੀ ਤੋਂ ਉੱਪਰ ਉੱਠ ਜਾਂਦਾ। ਇਹ ਸੰਸਾਰ ਦਾ ਇਹ ਮੋਹ ਤੋਂ ਉੱਪਰ ਉੱਠ ਜਾਂਦਾ, ਬੈਰ ਵਿਰੋਧ ਤੋਂ ਉੱਪਰ ਉੱਠ ਜਾਂਦਾ। ਉਦੋਂ ਫਿਰ ਕਹਿੰਦੇ ਵੀ ਇਹਨੂੰ ਸਮਝੋ ਵੀ ਇਹ ਗੁਰੂ ਦੇ ਨਾਲ ਜੁੜਿਆ ਹੋਇਆ, ਸ਼ਬਦ ਦੇ ਨਾਲ ਜੁੜਿਆ। ਮਹਾਰਾਜ ਫਰਮਾਉਂਦੇ ਕਬੀਰ ਗੁਰ ਲਾਗਾ ਤਬ ਜਾਣੀਏ, ਤਜੇ ਮੋਹ ਤਨ ਤਾਪ, ਹਰਖ ਸੋਗ ਦਾਜੇ ਨਹੀਂ, ਤਬ ਹਰਾਪੇ ਆਪ। ਬਈ ਗੁਰੂ ਨਾਲ ਲੱਗਿਆ ਹੋਇਆ ਉਦੋਂ ਜਾਣੋ ਜਦੋਂ ਇਹਦਾ ਇਹ ਤੀਆ ਤਾਪ ਉਤਰ ਜੇ, ਜਿਹੜਾ ਇਹਨੂੰ ਤ੍ਰੈ ਗੁਣਾਂ ਦਾ ਚੜ੍ਹਿਆ। ਹਰਖ ਸੋਗ ਇਹਨੂੰ ਵਿਆਪੇ ਨਾ, ਖੁਸ਼ੀ ਗਮੀ ਤੋਂ ਉੱਪਰ ਉੱਠ ਜੇ। ਉਦੋਂ ਫਿਰ ਗੁਰਮਤਿ 'ਚ ਕਹਿੰਦੇ ਵੀ ਇਹ ਸ਼ਬਦ ਗੁਰੂ ਨਾਲ ਜੁੜਿਆ ਹੋਇਆ, ਇਹ ਗੁਰੂ ਵਾਲਾ ਹੈ। ਅਤੇ ਜਦੋਂ ਅਸੀਂ ਸ਼ਬਦ ਗੁਰੂ ਤੋਂ ਟੁੱਟੇ ਹੁੰਦੇ ਉਦੋਂ ਸਾਡੇ ਮਨ ਨੂੰ ਨਗੋਰਾ ਕਹਿੰਦੇ ਵੀ ਇਹ ਨਗੋਰਾ ਹੈ, ਇਹ ਗੁਰੂ ਵਾਲਾ ਨਹੀਂ ਹੈ, ਇਹਨੂੰ ਗੁਰੂ ਦਾ ਭੇਤ ਹੀ ਨਹੀਂ ਹੈ, ਬਈ ਉਹ ਗੁਰੂ ਕਿੱਥੇ ਹੈ। ਫਿਰ ਉਹ ਜਿਹੜਾ ਸ਼ਬਦ ਗੁਰੂ ਅਗੰਮ ਦੇ ਵਿੱਚ ਸੂਖਮ ਹੈ, ਜਿਹੜਾ ਜਿਸ ਨੂੰ ਨਾਦ ਆਖੀਏ, ਤੂਰ ਆਖੀਏ, ਸ਼ਬਦ ਗੁਰੂ ਆਖੀਏ, ਉਸੇ ਸ਼ਬਦ ਗੁਰੂ ਦੇ ਨਾਲ ਸਾਨੂੰ ਜੋ ਦ੍ਰਿਸ਼ਟਮਾਨ ਪੰਜ ਪਿਆਰੇ ਗੁਰੂ ਹੁੰਦੇ ਨੇ, ਜਦੋਂ ਆਪਾਂ ਉਹਨਾਂ ਪਾਸ ਜਾਂਦੇ ਹਾਂ ਗੁਰੂ ਵਾਲੇ ਬਣਨ ਲਈ, ਉਹ ਪੰਜ ਪਿਆਰੇ ਜਿਹੜੇ ਪੂਰਨ ਗੁਰੂ ਰੂਪ ਹੁੰਦੇ ਨੇ, ਉਹ ਸਾਨੂੰ ਫਿਰ ਉਹ ਸ਼ਬਦ ਗੁਰੂ ਨਾਲ ਅੰਦਰੋਂ ਜੋੜਦੇ ਨੇ। ਸਾਡੀ ਜਿਹੜੀ ਲੈਵ ਉਹ ਸ਼ਬਦ ਗੁਰੂ ਤੋਂ ਟੁੱਟ ਚੁੱਕੀ ਹੈ, ਉਹਨਾਂ ਨੇ ਸਾਡੀ ਟੁੱਟੀ ਹੋਈ ਅੰਦਰੋਂ ਜੋੜਨੀ, ਦੁਬਾਰਾ ਟੁੱਟੀ ਹੋਈ ਉਹਨਾਂ ਨੇ ਗੰਢਣੀ ਸਾਡੀ। ਜਿਸ ਵਰਤਾਏ ਮਾਰੇ ਫਰਮਾਉਂਦੇ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੀ ਸਵਾਰੀ। ਫਿਰ ਜਦੋਂ ਸਾਡੀ ਟੁੱਟੀ ਹੋਈ ਉਹ ਸ਼ਬਦ ਦੇ ਨਾਲ ਗੰਢੀ ਜਾਂਦੀ ਨਾਦ ਦੇ, ਅਤੇ ਫਿਰ ਆਪਾਂ ਕਹਿੰਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤਰ। ਬਈ ਨਾਦੀ ਪੁੱਤਰ ਕਦੋਂ ਬਣਦੇ, ਜਦੋਂ ਨਾਦ ਦੇ ਨਾਲ ਜੁੜ ਜਾਂਦੇ, ਉਦੋਂ ਕਹਿੰਦੇ ਬਈ ਅਸੀਂ ਨਾਦੀ ਪੁੱਤ। ਅਤੇ ਵਾਸੀ ਕਿਸੇ ਦੇ ਆਨੰਦਪੁਰੀ ਦੇ, ਆਨੰਦਪੁਰੀ ਜੋ ਸਾਡੇ ਅੰਦਰ, ਜਿੱਥੇ ਆਨੰਦ ਹੀ ਆਨੰਦ, ਜਿੱਥੇ ਸੁੱਖ ਹੀ ਸੁੱਖ, ਜਿਹਨੂੰ ਨਿਜ ਮਹਿਲ ਫਿਰ ਘਰ ਦਸਵਾਂ ਦੁਆਰਾ ਗੁਰਦੁਆਰਾ ਕਹਿੰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਉਦੋਂ ਕਹਿੰਦੇ ਵੀ ਜਦੋਂ ਅਸੀਂ ਸ਼ਬਦ ਗੁਰੂ ਦੇ ਨਾਲ, ਨਾਦ ਦੇ ਨਾਲ ਜੁੜ ਜਾਂਦੇ ਹਾਂ, ਉਦੋਂ ਸਾਡੇ ਮਨ ਨੂੰ ਕਹਿੰਦੇ ਬਈ ਇਹ ਗੁਰੂ ਦੇ ਨਾਲ ਜੁੜਿਆ ਹੋਇਆ, ਇਹ ਗੁਰੂ ਵਾਲਾ ਹੈ। ਅਤੇ ਉਦੋਂ ਫਿਰ ਅਸੀਂ ਖਾਲਸ ਹੁੰਦਾ ਸਾਡਾ ਮਨ, ਜਦੋਂ ਇਹ ਫਿਰ ਸ਼ਬਦ ਗੁਰੂ ਦੇ ਨਾਲ ਜੁੜ ਜਾਂਦਾ ਹੈ। ਪਹਿਲਾਂ ਨਖਾਲਸ ਹੋਇਆ ਹੁੰਦਾ, ਜਦੋਂ ਸ਼ਬਦ ਗੁਰੂ ਨਾਲ ਟੁੱਟੀ ਹੋਈ ਗੰਢੀ ਜਾਂਦੀ, ਸਾਡੇ ਮਨ ਦੀ ਜੋਤ ਪ੍ਰਗਟ ਹੋ ਜਾਂਦੀ, ਉਦੋਂ ਫਿਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ, ਤਹਿ ਨਖਾਲਸ ਜਾਣੇ। ਵੀ ਜਦੋਂ ਦਾ ਸਾਡੇ ਅੰਦਰ ਮਨ ਦੀ ਜੋਤ ਪ੍ਰਗਟ ਹੋ ਗਈ, ਫਿਰ ਉਦੋਂ ਕਹਿੰਦੇ ਵੀ ਇਹ ਖਾਲਸ ਹੈ। ਜਦ ਤੱਕ ਮਨ ਦੀ ਜੋਤ ਨਹੀਂ ਪ੍ਰਗਟ ਹੋਈ, ਕਹਿੰਦੇ ਨੇ ਇਹ ਨਖਾਲਸ ਹੈ। ਬਈ ਇਹ ਖਾਲਸਾ ਨਹੀਂ ਹੈ, ਇਹ ਨਖਾਲਸ ਹੋਇਆ ਹੋਇਆ, ਮੈਲਾ ਹੋਇਆ ਹੋਇਆ, ਇਹ ਸ਼ੁੱਧ ਨਹੀਂ ਹੈ, ਪਿਓਰ ਨਹੀਂ ਹੈ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਵੀ ਕਿਵੇਂ ਸਾਡਾ ਮਨ ਖਾਲਸ ਹੋਵੇ, ਕਿਵੇਂ ਸ਼ੁੱਧ ਹੋਵੇ। ਉਹਦੇ ਵਾਸਤੇ ਫਿਰ ਆਪਾਂ ਇਹ ਗੁਰੂ ਦੀ ਮੱਤ ਲੈਂਦੇ,
ਉਹਦੇ ਵਾਸਤੇ ਫਿਰ ਆਪਾਂ ਇਹ ਸਤ ਸੰਗਤ ਕਰਦੇ ਹਾਂ, ਸਿਮਰਨ ਅਭਿਆਸ ਕਰਦੇ ਹਾਂ, ਤਾਂ ਕਿ ਸਾਡੇ ਮਨ 'ਤੇ ਲੱਗੀ ਹੋਈ ਮੈਲ ਇਹ ਸਾਡੇ ਮਨ ਦੀ ਮੈਲ ਉਤਰ ਜੇ, ਸਾਡਾ ਮਨ ਸ਼ੁੱਧ ਹੋ ਜੇ। ਹੁਣ ਮਨ ਦੇ ਉੱਤੇ ਜਿਹੜੀ ਮੈਲ ਲੱਗਦੀ ਉਹ ਵਿਚਾਰਾਂ ਦੀ, ਸੰਸ਼ੇ ਫਿਕਰਾਂ ਦੀ, ਚਿੰਤਾਵਾਂ ਦੀ, ਦੁਬਦਾ ਵੈਰ ਵਿਰੋਧ ਦੀ, ਨਿੰਦਿਆ ਚੁਗਲੀ ਦੀ, ਹਉਮੈ ਹੰਕਾਰ ਦੀ, ਇਹ ਮਨ ਦੇ ਉੱਤੇ ਮੈਲ ਚੜ੍ਹਦੀ ਹੈ। ਹੁਣ ਮਨ ਨੂੰ ਧੋਣ ਵਾਸਤੇ ਫਿਰ ਇਹ ਸਿਮਰਨ ਹੈ, ਸਤ ਸੰਗਤ ਹੈ, ਗੁਰੂ ਦੀ ਮੱਤ ਹੈ। ਜਦੋਂ ਅਸੀਂ ਫਿਰ ਗੁਰੂ ਦੀ ਮੱਤ ਦੁਆਰਾ ਚੱਲਾਂਗੇ, ਸਿਮਰਨ ਕਰਾਂਗੇ ਤਾਂ ਸਾਡਾ ਮਨ ਧੋਤਾ ਜਾਏਗਾ। ਜੇ ਅਸੀਂ ਆਪਦੀ ਮੱਤ ਵਰਤਾਂਗੇ ਫਿਰ ਇਹ ਧੋਤਾ ਨਹੀਂ ਜਾਂਦਾ, ਫਿਰ ਇਹ ਸ਼ੁੱਧ ਨਹੀਂ ਹੁੰਦਾ, ਫਿਰ ਇਹ ਮੈਲਾ ਹੀ ਰਹਿੰਦਾ ਹੈ। ਜੇ ਹੁਣ ਸਾਡਾ ਮਨ ਮੈਲਾ ਹੈ ਤੇ ਫਿਰ ਸਮਝੋ ਵੀ ਸਾਰਾ ਕੁਝ ਹੀ ਮੈਲਾ ਹੈ। ਤਨ ਨੂੰ ਧੋਣ ਦੇ ਨਾਲ ਜਿਹੜਾ ਮਨ ਨਹੀਂ ਧੋਤਾ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਵੀ ਸੁੱਚੇ ਉਹ ਨਹੀਂ ਹੈ ਵੀ ਜਿਹੜੇ ਇਕੱਲੇ ਪਿੰਡੇ ਨੂੰ, ਸਰੀਰ ਨੂੰ ਧੋਂਦੇ ਨੇ। ਸੁੱਚੇ ਉਹ ਨਹੀਂ ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸਿਆ, ਜਿਹੜੇ ਸ਼ਬਦ ਗੁਰੂ ਦੇ ਨਾਲ ਜੁੜੇ ਨੇ। ਮਹਾਰਾਜ ਫਰਮਾਉਂਦੇ ਸੁੱਚੇ ਨਾ ਆਖੀਆਂ ਬੈਣ ਜੇ ਪਿੰਡਾ ਧੋਈ, ਸੋਚੇ ਸਈ ਨਾਨਕ ਜਿਨ ਮਨ ਵਸਿਆ ਸੋਈ। ਬਈ ਸੋਚੇ ਉਹ ਨਹੀਂ ਜਿਹੜੇ ਸਿਰਫ ਪਿੰਡੇ ਨੂੰ ਧੋਂਦੇ, ਸੋਚੇ ਉਹ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਾਹਿਗੁਰੂ ਵਸੇ ਹੈ, ਉਹ ਮਨ ਸੋਚੇ ਨੇ। ਇਸ ਵਾਸਤੇ ਹੁਣ ਆਪਾਂ ਨੂੰ ਕਹਿੰਦੇ ਵੀ ਮਨ ਨੂੰ ਸੋਚਿਆ ਕਰ, ਤੇ ਮਨ ਸੋਚਿਆ ਹੋਣਾ ਗੁਰੂ ਦੀ ਮੱਤ ਦੁਆਰਾ ਨਹੀਂ, ਉਹਦਾ ਹੁੰਦਾ ਨਹੀਂ। ਸੋ ਐਸੀ ਅਵਸਥਾ ਦੇ ਵਿੱਚ ਫਿਰ ਆਪਾਂ ਨੂੰ ਸਾਰਾ ਜਿਹੜਾ ਜਿੰਨਾ ਵੀ ਉਪਦੇਸ਼ ਦਿੱਤਾ ਜਾ ਰਿਹਾ ਉਹ ਸਾਡੇ ਮਨ ਨੂੰ ਦਿੱਤਾ ਜਾਂਦਾ, ਇਹ ਸਰੀਰ ਨੂੰ ਨਹੀਂ ਦਿੱਤਾ ਜਾਂਦਾ। ਇਹ ਸਰੀਰ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਘਰ, ਪਿੰਡ, ਖੇਤ, ਧਰਤੀ, ਦੇਸ਼ ਕਹਿ ਕੇ ਪਾਸੇ ਕਰ ਦਿੱਤਾ ਬਈ ਇਹ ਸਰੀਰ ਦੀ ਗੱਲ ਨਹੀਂ ਹੋ ਰਹੀ। ਸਰੀਰ ਨੂੰ ਘਰ ਕਹਿ ਕੇ ਪਾਸੇ ਕਰ ਦਿੱਤਾ, ਜਿਹੜਾ ਇਹਦੇ ਅੰਦਰ ਵੱਸਦਾ ਹੈ ਸਾਰੀ ਕਹਾਣੀ ਉਹਦੀ ਚੱਲਦੀ ਹੈ, ਮਨ ਦੀ। ਜਿਹੜਾ ਸਵੇਰੇ ਆਉਂਦਾ ਹੈ ਇਹ ਸਰੀਰ ਦੇ ਵਿੱਚ ਆ ਕੇ ਪ੍ਰਵੇਸ਼ ਹੁੰਦਾ, ਇਹਨੂੰ ਲੈ ਕੇ ਚੱਲਦਾ ਹੈ, ਅਤੇ ਜਦੋਂ ਰਾਤ ਹੁੰਦੀ ਹੈ ਆਪਾਂ ਸੌਂ ਜਾਂਦੇ ਹਾਂ। ਜਦੋਂ ਇਹ ਸਰੀਰ ਨੂੰ ਖਾਲੀ ਕਰਕੇ ਸਾਡਾ ਮਨ ਇਹ ਤੋਂ ਅਲੱਗ ਹੋ ਜਾਂਦਾ ਹੈ। ਹੁਣ ਸਾਰੀ ਕਹਾਣੀ ਉਸ ਮਨ ਦੀ ਹੈ ਜਿਹੜਾ ਸਵੇਰੇ ਆਉਂਦਾ ਹੈ, ਸਰੀਰ 'ਚ ਆ ਕੇ ਪ੍ਰਵੇਸ਼ ਹੁੰਦਾ, ਇਹਨੂੰ ਲੈ ਕੇ ਚੱਲਦਾ ਹੈ, ਅਤੇ ਜਦੋਂ ਰਾਤ ਹੁੰਦੀ ਇਹਨੂੰ ਛੱਡ ਕੇ ਚਲਾ ਜਾਂਦਾ ਹੈ, ਅਤੇ ਫਿਰ ਇਹ ਸਰੀਰ ਕੋਈ ਕੰਮ ਨਹੀਂ ਕਰਦਾ। ਜਿੱਥੇ ਪਿਆ ਉੱਥੇ ਪਿਆ ਰਹੇਗਾ, ਕਿਉਂਕਿ ਜਿਹੜਾ ਇਹਨੂੰ ਚਲਾਉਣ ਵਾਲਾ ਸੀ ਉਹ ਇਹਦੇ ਵਿੱਚੋਂ ਨਿਕਲ ਗਿਆ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਤੁਸੀਂ ਇਹ ਵਿਚਾਰੋ ਵੀ ਤੁਸੀਂ ਕਿੱਥੇ ਜਾਂਦੇ ਹੋ ਅਤੇ ਕਿੱਥੋਂ ਵਾਪਸ ਆਉਂਦੇ ਹੋ, ਕਿਹੜੇ ਰਾਹ ਜਾਂਦੇ ਹੋ, ਕਿਹੜੇ ਫਿਰ ਵਾਪਸ ਆਉਂਦੇ ਹੋ। ਹੁਣ ਜਿਵੇਂ ਆਪਾਂ ਆਪੋ ਆਪਣੀ ਉਮਰ ਮੁਤਾਬਕ ਹਿਸਾਬ ਕਿਤਾਬ ਲਾਉਣਾ ਹੁੰਦਾ ਹੈ ਵੀ ਜਿਵੇਂ ਜਿੰਨੀ ਆਪਣੀ ਉਮਰ ਹੈ, ਅੱਧੀ ਉਮਰ ਆਪਣੀ ਆਪਣੇ ਦੇਸ਼ ਦੀ ਹੈ, ਪਰਲੋਕ ਦੀ, ਜਿੱਥੇ ਆਪਾਂ ਰੋਜ਼ ਜਾਂਦੇ, ਅੱਧੀ ਉਮਰ ਇਸ ਲੋਕ ਦੀ ਹੈ ਜਿੱਥੇ ਆਪਾਂ ਆਉਂਦੇ ਹਾਂ। ਜਿਵੇਂ ਹੁਣ ਮੰਨ ਲਓ ਵੀ ਮੇਰੀ ਉਮਰ ਮੰਨ ਲਓ ਅੰਦਾਜ਼ਾ ਵੀ 40 ਸਾਲ, 40 ਸਾਲ ਦੇ ਵਿੱਚੋਂ 20 ਸਾਲ ਉਮਰ ਮੇਰੀ ਮੇਰੇ ਦੇਸ਼ ਦੀ ਹੈ, ਪਰਲੋਕ ਦੀ, ਜਿੱਥੇ ਮੈਂ ਰੋਜ਼ ਰਾਤ ਨੂੰ ਜਾਂਦਾ। 20 ਸਾਲ ਇਸ ਲੋਕ ਦੀ ਹੈ ਜਿੱਥੇ ਦਿਨ ਦੇ ਸਮੇਂ ਆਪਾਂ ਆਉਂਦੇ। ਹੁਣ ਜੇ ਤੁਸੀਂ ਮੈਨੂੰ ਪੁੱਛੋ ਵੀ ਜਿੱਥੇ ਤੁਹਾਨੂੰ 20 ਸਾਲ ਹੋ ਗਏ ਜਾਂਦਿਆਂ ਨੂੰ,
ਵੀ ਤੁਸੀਂ ਉੱਥੇ ਦੀ ਕੋਈ ਗੱਲ ਸੁਣਾਓ, ਵੀ ਤੁਸੀਂ ਉੱਥੇ ਕਿਵੇਂ ਰਹਿੰਦੇ ਹੋ, ਕੀ ਖਾਂਦੇ ਹੋ, ਕੀ ਪਹਿਨਦੇ ਹੋ, ਕਿਹੜਾ ਤੁਹਾਡਾ ਪਰਿਵਾਰ ਹੈ, ਉੱਥੇ ਦਾ ਕੋਈ ਵਚਨ ਸੁਣਾਓ, ਉੱਥੇ ਦੀ ਕੋਈ ਗੱਲ ਸੁਣਾਓ। ਅਤੇ ਜੇ ਮੈਂ ਤੁਹਾਨੂੰ ਆਖਾਂ ਵੀ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਕਿੱਥੇ ਦੀ ਗੱਲ ਕਰਦੇ, ਕਿਹੜਾ ਪਰਿਵਾਰ, ਕਿਹੜਾ ਖਾਣਾ ਪੀਣਾ, ਕੀ ਤੁਸੀਂ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਕੁਛ, ਵੀ ਮੈਂ ਰਾਤ ਨੂੰ ਜਾਂਦਾ ਕਿੱਥੇ, ਫਿਰ ਸਮਝ ਲਓ ਵੀ ਜਿਹੜੇ ਉਹ 20 ਸਾਲ ਸੀ ਉਹ ਵਿਅਰਥ ਚੱਲੇ, ਉਹ ਕਿਸੇ ਕੰਮ ਨਹੀਂ ਆਏ, ਉਹ ਸਾਰੇ ਵਿਅਰਥ ਗਏ। ਫਿਰ 20 ਸਾਲ ਇਸ ਲੋਕ ਦੀ ਜਿੱਥੇ ਆਪਾਂ ਦਿਨ ਦੇ ਸਮੇਂ ਆਉਂਦੇ, ਇੱਥੇ ਆਪਣੇ ਮਾਤਾ ਪਿਤਾ ਨੇ ਆਪਾਂ ਨੂੰ ਭੇਜਣ ਤੋਂ ਪਹਿਲਾਂ ਆਪਾਂ ਸਾਰੇ ਪਰਦੇਸ ਵਿੱਚ ਆਉਂਦੇ ਨੂੰ ਪਰਦੇਸ ਕਹਿੰਦੇ, ਆਪਾਂ ਇੱਥੇ ਦੇ ਵਾਸੀ ਨਹੀਂ, ਆਪਾਂ ਰਹਿਣ ਵਾਲੇ ਹਾਂ ਪਰਲੋਕ ਦੇ। ਉੱਥੋਂ ਆਪਾਂ ਆਉਂਦੇ ਹਾਂ ਅਤੇ ਇੱਥੇ ਭੇਜਣ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੇ ਆਪਣੇ ਮਨ ਬੱਚੇ ਵਾਸਤੇ ਸਪੈਸ਼ਲ ਇੱਕ ਮਹਿਲ ਬਣਾਇਆ, ਜਿਹਨੂੰ ਗੁਰਦੁਆਰਾ ਕਹਿੰਦੇ। ਵੀ ਉਸ ਮਹਿਲ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਰੱਖੀਆਂ ਮਨ ਵਾਸਤੇ। ਮਨ ਦਾ ਜਿਹੜਾ ਭੋਜਨ ਅੰਮ੍ਰਿਤ ਉਹ ਉੱਥੇ ਨਿੱਜ ਮਹਿਲ 'ਚ ਰੱਖ ਦਿੱਤਾ। ਮਨ ਵਾਸਤੇ 68 ਤੀਰਥਾਂ ਦਾ ਪ੍ਰਬੰਧ ਕਰ ਦਿੱਤਾ, ਅੰਮ੍ਰਿਤਸਰ ਦਾ ਪ੍ਰਬੰਧ ਕਰ ਦਿੱਤਾ, ਅਨਹਦ ਬਾਣੀ ਦਾ ਪ੍ਰਬੰਧ ਕਰ ਦਿੱਤਾ, ਉੱਥੇ ਬ੍ਰਹਮ ਜੋਤ ਦਾ ਪ੍ਰਬੰਧ ਕਰ ਦਿੱਤਾ ਵੀ ਕਦੇ ਹਨੇਰਾ ਨਾ ਹੋਵੇ, ਮੌਸਮ ਦੇ ਵਿੱਚ ਕੋਈ ਤਬਦੀਲੀ ਨਾ ਆਵੇ। ਸਾਡੇ ਨਿੱਜ ਮਹਿਲ 'ਚ ਅੰਮ੍ਰਿਤ ਦੀ ਵਰਖਾ ਦਿਨ ਰਾਤ ਹੁੰਦੀ ਰਹਿੰਦੀ ਹੈ। ਇਹ ਸਾਰੀਆਂ ਸੁੱਖ ਸਹੂਲਤਾਂ ਸਾਡੇ ਮਨ ਵਾਸਤੇ ਮਹਿਲ ਦੇ ਵਿੱਚ ਰੱਖੀਆਂ ਨੇ ਆਪਣੇ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ ਨੇ। ਹੁਣ ਆਪਾਂ ਨੂੰ ਫਿਰ ਪੁੱਛਦੇ ਵੀ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਦਿਨ ਦੇ ਸਮੇਂ ਇਸ ਲੋਕ ਦੇ ਵਿੱਚ ਰਹਿੰਦੇ ਹੋ, ਵੀ ਮੰਨ ਲਓ 20 ਸਾਲ ਮੇਰੀ ਇਸ ਦੇਸ਼ ਦੀ ਉਮਰ ਹੈ, ਦਿਨ ਦੇ ਸਮੇਂ ਜਿਹੜੀ ਗੁਜ਼ਾਰੀ ਆਪਾਂ, ਅਤੇ ਤੁਸੀਂ ਵੀ ਇਹ ਪੁੱਛੋ ਵੀ ਉਹ 20 ਸਾਲਾਂ ਦੇ ਵਿੱਚ ਤੁਸੀਂ ਉਹ ਨਿੱਜ ਮਹਿਲ ਦੇ ਵਿੱਚ ਕਿੰਨਾ ਕੁ ਸਮਾਂ ਗਏ, ਕਿੰਨਾ ਕੁ ਉਹਨਾਂ ਸੁੱਖ ਸਹੂਲਤਾਂ ਦਾ ਆਨੰਦ ਮਾਣਿਆ, ਕਿੰਨਾ ਕੁ ਤੁਸੀਂ ਉੱਥੇ ਆਨੰਦ ਲਿਆ, ਕਿੰਨਾ ਕੁ ਸੁੱਖ ਲਿਆ, ਅਤੇ ਤੁਸੀਂ ਉਹ ਨਿੱਜ ਮਹਿਲ ਦੀ ਕੋਈ ਗੱਲ ਸੁਣਾਓ ਆਪਦੇ ਘਰ ਦੀ। ਅਤੇ ਜੇ ਮੈਂ ਆਖਾਂ ਵੀ ਮੈਨੂੰ ਤਾਂ ਨਿੱਜ ਮਹਿਲ ਦਾ ਵੀ ਨਹੀਂ ਪਤਾ, ਤੁਸੀਂ ਕਿਹੜੇ ਨਿੱਜ ਮਹਿਲ ਦੀ ਕਿਹੜੀਆਂ ਸੁੱਖ ਸਹੂਲਤਾਂ ਦੀਆਂ ਗੱਲਾਂ ਕਰਦੇ ਹੋ, ਮੈਂ ਤਾਂ ਦੁਖੀ ਬੜਾ, ਤੁਸੀਂ ਸੁੱਖਾਂ ਦੀ ਗੱਲ ਕਰਦੇ। ਫਿਰ ਸਮਝ ਲਓ ਵੀ ਜੇ ਸਾਨੂੰ ਉਹ ਨਿੱਜ ਮਹਿਲ ਦਾ ਨਹੀਂ ਪਤਾ ਅਤੇ ਜਿਹੜੇ ਇੱਧਰਲੇ 20 ਸਾਲ ਸੀ ਉਹ ਵੀ ਵਿਅਰਥ ਚਲੇ ਗਏ। ਨਾ ਤਾਂ ਆਪਦੇ ਦੇਸ਼ ਦਾ ਪਤਾ ਰਿਹਾ ਪਰਲੋਕ ਦਾ, ਅਤੇ ਨਾ ਇਸ ਲੋਕ ਦੇ ਵਿੱਚ ਜਿਹੜਾ ਆਪਦਾ ਘਰ ਸੀ ਉਹ ਘਰ ਦਾ ਪਤਾ ਰਿਹਾ। 20 ਸਾਲ ਉੱਧਰਲੇ ਵੀ ਵਿਅਰਥ ਚਲੇ ਗਏ ਅਤੇ 20 ਸਾਲ ਇੱਧਰਲੇ ਉਹ ਵੀ ਵਿਅਰਥ ਚਲੇ ਗਏ, ਜੀਰੋ 'ਤੇ ਆ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪੁੱਛਦੇ ਵੀ ਤੁਸੀਂ ਇਹ ਦੱਸੋ ਫਿਰ ਤੁਸੀਂ ਰਹਿੰਦੇ ਕਿੱਥੇ ਹੋ। ਨਾ ਤਾਂ ਤੁਹਾਨੂੰ ਆਪਦੇ ਦੇਸ਼ ਦਾ ਪਤਾ ਪਰਲੋਕ ਦਾ, ਨਾ ਤੁਹਾਨੂੰ ਆਪਦੇ ਘਰ ਦਾ ਪਤਾ ਮਹਿਲ ਦਾ, ਵੀ ਜਿਹੜੀਆਂ ਸੁੱਖ ਸਹੂਲਤਾਂ ਤੁਹਾਡੇ ਵਾਸਤੇ ਰੱਖੀਆਂ, ਫਿਰ ਤੁਸੀਂ ਰਹਿੰਦੇ ਕਿੱਥੇ ਹੋ। ਅਤੇ ਹੁਣ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ ਸਾਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਰਹਿੰਦੇ ਕਿੱਥੇ। ਫਿਰ ਸਾਨੂੰ ਗੁਰਬਾਣੀ 'ਚ ਦੱਸਦੇ ਵੀ ਤੁਸੀਂ ਕਿੱਥੇ ਰਹਿੰਦੇ ਹੋ, ਵੀ ਤੁਹਾਨੂੰ ਤਾਂ ਨਹੀਂ ਪਤਾ, ਫਿਰ ਆਪਾਂ ਨੂੰ ਗੁਰਬਾਣੀ 'ਚ ਦੱਸਦੇ ਵੀ ਸਾਡਾ ਮਨ ਕਿੱਥੇ ਰਹਿੰਦਾ। ਕਾਲ ਨੇ ਕੀ ਕੀਤਾ, ਜਿਹੜਾ ਇਹ ਹੁਣ ਦੇਸ਼ ਕਾਲ ਦਾ ਜਿੱਥੇ ਆਪਾਂ ਆਏ ਹਾਂ, ਕਾਲ ਨੇ ਸਾਡੇ ਮਨ ਵਾਸਤੇ ਇੱਕ ਵੱਖਰਾ ਮਹਿਲ ਬਣਾ ਤਾ। ਉਹਨੂੰ ਪਤਾ ਲੱਗ ਗਿਆ ਵੀ ਆਪਦਾ ਮਹਿਲ ਤਾਂ ਭੁੱਲ ਗਿਆ ਘਰ। ਉਹਨੇ ਕੀ ਕੀਤਾ, ਕੱਖਾਂ ਕਾਨਿਆਂ ਦਾ ਇੱਕ ਮਹਿਲ ਬਣਾ ਕੇ ਸਾਡੇ ਮਨ ਨੂੰ ਉਹਦੇ ਉੱਤੇ ਬਿਠਾ ਕੇ ਥੱਲੇ ਅੱਗ ਲਾ ਦਿੱਤੀ, ਬਈ ਤਾਂ ਕਿ ਮੇਰੇ ਦੇਸ਼ ਦੇ ਵਿੱਚ ਇੱਥੇ ਕੋਈ ਵੀ ਜੀਵ ਹੈ ਜਿਹੜਾ ਉਹ ਸੁਖੀ ਨਾ ਰਹਿ ਸਕੇ। ਹੁਣ ਮਨ ਇੱਦਾਂ ਦੇ ਘਰ ਦੇ ਵਿੱਚ, ਇੱਦਾਂ ਦੇ ਮੰਦਰ ਦੇ ਵਿੱਚ ਬੈਠਾ, ਉਹ ਕੱਖਾਂ ਕਾਨਿਆਂ ਦਾ ਮੰਦਰ ਹੈ, ਤ੍ਰਿਣ ਦਾ ਸਵਾਰਿਆ ਹੋਇਆ, ਉੱਥੇ ਬੈਠਾ ਅਤੇ ਥੱਲੇ ਇਹਦੇ ਅੱਗ ਲੱਗੀ ਹੋਈ,
ਤੇ ਫਿਰ ਵੀ ਇੰਨੀ ਇਹਦੇ ਅੰਦਰ ਹਉਮੈ ਹੰਕਾਰ ਹੈ, ਫਿਰ ਵੀ ਹਉਮੈ ਹੰਕਾਰ 'ਚ ਫੁੱਲਿਆ ਨਹੀਂ ਸਮਾਉਂਦਾ। ਮਾਰੇ ਫਰਮਾਉਂਦੇ ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੇ ਜਰਾਵਤ ਹੀ, ਐਸੇ ਗੜ ਮੇ ਹੈਠ ਠੀਲੋ ਫੂਲ ਫੂਲ ਕੇ ਪਾਵਤ ਹੀ। ਸਤਿਗੁਰੂ ਕਹਿੰਦੇ ਵੀ ਤੁਸੀਂ ਦੇਖੋ ਤਾਂ ਸਹੀ, ਤੁਸੀਂ ਬੈਠੇ ਕਿੱਥੇ ਬਈ। ਇੱਦਾਂ ਦਾ ਮੰਦਰ ਬਣਾਇਆ ਮਨ ਵਾਸਤੇ ਕਾਲ ਨੇ, ਤ੍ਰਿਣ ਦਾ, ਤ੍ਰਿਣ ਕਹਿੰਦੇ ਆ ਘਾਹ ਫੂਸ ਨੂੰ, ਕੱਖਾਂ ਕਰਨਿਆਂ ਨੂੰ ਤ੍ਰਿਣ, ਤ੍ਰਿਣ ਦਾ ਘਾਹ ਫੂਸ ਦਾ ਮੰਦਰ ਬਣਾ ਕੇ ਉੱਤੇ ਮਨ ਨੂੰ ਬਿਠਾ ਕੇ ਥੱਲੇ ਅੱਗ ਬਾਲੀ ਹੋਈ। ਹੁਣ ਇੱਦਾਂ ਦੇ ਘਰ 'ਚ ਬੈਠਾ ਤੇ ਇਹ ਆਖੇ ਮੈਨੂੰ ਚੈਨ ਆਵੇ, ਮੈਨੂੰ ਸ਼ਾਂਤੀ ਆਵੇ, ਤੇ ਸ਼ਾਂਤੀ ਕਿੱਥੋਂ ਆਵੇ? ਥੱਲੇ ਤਾਂ ਅੱਗ ਬਲਦੀ ਹੈ। ਉੱਪਰ ਬੈਠਾ ਹੈ ਤੇ ਕਿਸੇ ਦੇ ਥੱਲੇ ਅੱਗ ਲਾਈ ਹੋਵੇ ਤੇ ਉਹਨੂੰ ਆਖੀਏ ਵੀ ਸ਼ਾਂਤੀ ਨਾਲ ਬੈਠ, ਸ਼ਾਂਤੀ ਨਾਲ ਕਿੱਥੋਂ ਬੈਠੇ? ਹੁਣ ਇੱਦਾਂ ਦੀ ਹਾਲਤ ਜੀਵ ਦੀ ਜਦੋਂ ਹੋ ਗਈ, ਸਿਰਫ ਇਹ ਸਰੀਰ ਤੱਕ ਸੀਮਤ ਰਹਿ ਗਿਆ ਵੀ ਜਿਹੜਾ ਇਹ ਨਾਸਵਾਨ ਮਿਥਿਆ ਹੋਇਆ, ਜਿਹੜਾ ਇਹਦੇ ਅੰਦਰ ਵਸਦਾ, ਨਾ ਤਾਂ ਅੰਦਰਲੇ ਦਾ ਪਤਾ ਹੈ, ਨਾ ਆਪਣੇ ਦੇਸ਼ ਦਾ ਪਤਾ ਪਰਲੋਕ ਦਾ, ਨਾ ਆਪਣੇ ਘਰ ਨਿੱਜ ਮਹਿਲ ਦਾ ਪਤਾ। ਜਦੋਂ ਦੇਖਦਾ ਇਹ ਸਿਰਫ ਸਰੀਰ ਨੂੰ ਹੀ ਦੇਖਦਾ, ਜਿਹੜਾ ਮਿਥਿਆ, ਜਿਹੜਾ ਨਾਸਵਾਨ ਹੈ। ਤੇ ਇਹਦੇ ਅੰਦਰ ਜਿਹੜਾ ਵਸਦਾ ਉਹਦਾ ਵੀ ਨਹੀਂ ਗਿਆਨ, ਆਪਣੇ ਆਪੇ ਦੀ ਵੀ ਨਹੀਂ ਸੋਝੀ ਹੈ। ਫਿਰ ਇਹ ਸਰੀਰ ਦੇ ਉੱਤੇ ਹੀ ਹਉਮੈ ਹੰਕਾਰ ਇਹਦੇ 'ਤੇ ਕਰੀ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਵੀ ਜਿਹਦੇ 'ਤੇ ਤੂੰ ਹਉਮੈ ਹੰਕਾਰ ਕਰਦਾ ਵੀ ਇਹਦੇ ਅੰਦਰ ਦੇਖ, ਇਹਦੇ ਅੰਦਰ ਕੀ। ਹੁਣ ਆਪਦੇ ਆਪ ਜੀਵਨ ਨੂੰ ਪਤਾ ਨਹੀਂ ਲੱਗਦਾ ਇਹਦੇ ਵਿੱਚ ਹੈ ਕੀ ਹੈ ਜਿਹਦੇ 'ਤੇ ਅਸੀਂ ਹੰਕਾਰ ਕਰਦੇ ਹਾਂ। ਫਿਰ ਅਗਰ ਬਾਣੀ 'ਚ ਖੋਲ੍ਹ ਕੇ ਦੱਸਦੇ ਵੀ ਇਹਦੇ ਵਿੱਚ ਵਿਸ਼ਟ, ਵੀ ਇਹਦੇ ਵਿੱਚ ਗੰਦਗੀ ਹੈ, ਹੱਡੀਆਂ, ਖੂਨ, ਤੇ ਉੱਪਰ ਇਹਦੇ ਜੰਮ ਲਪੇਟਿਆ ਹੋਇਆ, ਹੋਰ ਗੰਦਗੀ ਤੋਂ ਬਿਨਾਂ ਇਹਦੇ ਵਿੱਚ ਹੈ ਕੁਛ ਨਹੀਂ ਹੈ। ਮਾਰੇ ਫਰਮਾਉਂਦੇ ਵਿਸ਼ਟ ਅਸਤ ਰਕਤ ਪਰੇਟੇ ਚਾਮ, ਤੇ ਸੁਪਰਲੇ ਰੱਖਿਓ ਗੁਮਾ। ਬਈ ਮਨਮੁਖ ਗੁਮਾਨ ਵੀ ਕਾਹਦਾ ਕਰਦਾ, ਹੰਕਾਰ ਵੀ ਕਾਹਦਾ ਕਰਦਾ? ਗੰਦਗੀ ਦਾ। ਵੀ ਜਿਹੜਾ ਇਹ ਸਰੀਰ ਤੱਕ ਸੀਮਤ ਰਹਿ ਗਏ। ਫਿਰ ਮਨਮੁਖ ਜੀਵ ਕੀ ਕਰਦਾ? ਇਸ ਸਰੀਰ ਨੂੰ ਹਉਮੈ ਹੰਕਾਰ ਦੇ ਵਿੱਚ ਉੱਤੇ ਕੱਪੜੇ ਪਾ ਕੇ, ਸੋਹਣੇ ਤੇ ਹਉਮੈ ਹੰਕਾਰ ਦੇ ਵਿੱਚ ਸੰਸਾਰ 'ਚ ਚੌੜਾ ਹੋ ਕੇ ਚੱਲਦਾ। ਤੇ ਜਦੋਂ ਇਹ ਹਾਲਤ ਸਤਿਗੁਰੂ ਇਹਦੀ ਦੇਖਦੇ, ਕਹਿੰਦੇ ਵੀ ਹੁਣ ਤਾਂ ਬੜਾ ਆਪਦੇ ਆਪ ਨੂੰ ਚਤਰ ਸਮਝਦਾ, ਹਉਮੈ ਹੰਕਾਰ 'ਚ ਫੁੱਲਿਆ ਨਹੀਂ ਸਮਾਉਂਦਾ, ਸਮਝਦਾ ਮੇਰੇ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ ਹੈ। ਜੇ ਹੁਣ ਇਹਨੇ ਸਤ ਸੰਗਤ ਨਾ ਕੀਤੀ, ਗੁਰੂ ਦੀ ਸ਼ਰਨ 'ਚ ਨਾ ਆਇਆ, ਤੇ ਬੜਾ ਦੁਖੀ ਹੋਏਗਾ, ਅੱਗੇ ਜੂਨਾਂ 'ਚ ਬੜਾ ਜ਼ਿਆਦਾ ਦੁੱਖ ਭੋਗੇਗਾ। ਬਈ ਹੁਣ ਤਾਂ ਆਪਦੇ ਆਪ ਨੂੰ ਬੜਾ ਚਤਰ ਤੇ ਸਿਆਣਾ ਸਮਝਦਾ, ਤੇ ਜੇ ਇਹਨੇ ਸੰਗਤ ਨਾ ਕੀਤੀ ਤੇ ਬੜਾ ਦੁਖੀ ਹੋਏਗਾ ਅੱਗੇ ਜਾ ਕੇ ਹੋਰ। ਤੇ ਸਤਿਗੁਰੂ ਇਹਦੀ ਇਹ ਹਾਲਤ ਦੇਖ ਕੇ ਫਿਰ ਕਹਿੰਦੇ ਕਾਪੜ ਪੈਰ ਕਰੀ ਚਤਰਾਈ, ਮਾਇਆ ਮੋਹ ਅਤੇ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਸਤਿਗੁਰੂ ਕਹਿੰਦੇ ਵੀ ਹੁਣ ਤਾਂ ਕੱਪੜੇ ਪਾ ਕੇ ਬੜਾ ਚਤਰਾਈ, ਬੜਾ ਆਪਦੇ ਆਪ ਨੂੰ ਚਤਰ ਸਮਝਦਾ, ਬੜਾ ਸਿਆਣਾ ਸਮਝਦਾ, ਤੇ ਜੇ ਹੁਣ ਗੁਰੂ ਦੀ ਸ਼ਰਨ 'ਚ ਨਾ ਆਇਆ, ਨਾ ਸਿਮਰਨ ਕੀਤਾ, ਨਾ ਆਪਦੇ ਘਰ ਦਾ ਭੇਤ ਲਿਆ, ਤੇ ਬੜਾ ਦੁੱਖ ਭੋਗੇਗਾ। ਫਿਰ ਜਦੋਂ ਮਨਮੁਖ ਜੀਵ ਸਿਰਫ ਇਹ ਸਰੀਰ ਤੱਕ ਹੀ ਸੀਮਤ ਹੁੰਦਾ, ਇਹਨੂੰ ਬਾਹਰੋਂ ਸਜਾ ਕੇ, ਇਹਨੂੰ ਮੇਕਅਪ ਕਰਕੇ, ਤੇ ਫਿਰ ਫੁੱਲਿਆ ਨਹੀਂ ਸਮਾਉਂਦਾ, ਤੇ ਫਿਰ ਇਹਨੂੰ ਸ਼ਬਦ ਦੀ ਠੋਕਰ ਮਾਰਦੇ ਵੀ ਤੂੰ ਕਾਹਦਾ ਹਉਮੈ, ਕਾਹਦਾ ਹੰਕਾਰ ਕਰਦਾ ਫਿਰਦਾ? ਬਈ ਤੂੰ ਆਪਦੇ ਅੰਦਰ ਦਾ ਦੇਖ, ਅੰਦਰ ਤੇਰੇ ਗੰਦਗੀ ਭਰੀ ਹੈ। ਬਾਹਰ ਜਿਹਨੂੰ ਤੂੰ ਸਜਾਉਣ ਲੱਗਿਆ ਹੋਇਆ, ਇਹ ਤੇਰਾ ਨਾਸਵਾਨ ਮਿਥਿਆ ਹੋਇਆ ਕੂੜ ਹੈ। ਤੂੰ ਕਾਹਦੀ ਹਉਮੈ, ਕਾਹਦਾ ਹੰਕਾਰ ਕਰਦਾ ਫਿਰਦਾ? ਫਿਰ ਇਹਨੂੰ ਸਤਿਗੁਰੂ ਸ਼ਬਦ ਦੀ ਠੋਕਰ ਮਾਰਦੇ। ਮਾਰੇ ਕਹਿੰਦੇ ਮਨ ਕਾਹੇ ਹੰਕਾਰ ਫਰ, ਦਰਗੰਧ ਪਵਿੱਤਰ ਪਾਵਨ ਭੀਤਰ, ਜੋ ਦਿਸੇ ਸੋ ਸ਼ਰ। ਵੀ ਤੂੰ ਕਾਹਦੇ ਲਈ, ਕਾਹਦਾ ਹੰਕਾਰ ਕਰਦਾ ਫਿਰਦਾ ਹੈ? ਵੀ ਤੇਰੇ ਅੰਦਰ ਗੰਦਗੀ ਹੈ, ਤੇ ਬਾਹਰ ਜਿਹਨੂੰ ਤੂੰ ਸਜਾਉਣਾ ਇਹ ਤੇਰਾ ਨਾਸ ਹੋ ਜਾਣਾ, ਇਹ ਸਦਾ ਨਹੀਂ ਰਹਿਣਾ।
ਸੋ ਜਦੋਂ ਫਿਰ ਮਨ ਨੂੰ ਇਸ ਤਰ੍ਹਾਂ ਵਾਰ-ਵਾਰ ਸ਼ਬਦ ਦੀ ਠੋਕਰ ਮਾਰਦੇ ਇਹਨੂੰ ਸਮਝਾਉਂਦੇ, ਫਿਰ ਇਹ ਥੋੜ੍ਹਾ ਜਿਹਾ ਸਹਿਜ ਦੇ ਵਿੱਚ ਆ ਕੇ ਫਿਰ ਇਹ ਵਿਚਾਰਦਾ ਹੈ ਬਈ ਸਤਿਗੁਰੂ ਜੋ ਵੀ ਕਹਿੰਦੇ ਵੀ ਉਹ ਕਹਿੰਦੇ ਤਾਂ ਠੀਕ ਹੀ ਨੇ। ਬਈ ਨਾ ਤਾਂ ਮੈਨੂੰ ਮੇਰੇ ਦੇਸ਼ ਦਾ ਪਤਾ ਪਰਲੋਕ ਦਾ, ਵੀ ਰਾਤ ਨੂੰ ਮੈਂ ਸੌਣ ਤੋਂ ਮਗਰੋਂ ਜਾਣਾ ਕਿੱਥੇ, ਨਾ ਮੈਨੂੰ ਆਪਦੇ ਘਰ ਦਾ ਪਤਾ, ਨਿੱਜ ਮਹਿਲ ਦਾ, 10ਵੇਂ ਦੀਵਾਰ ਦਾ। ਉਹ ਘਰ ਦਾ ਮੈਂ ਦਰਵਾਜ਼ਾ ਹੀ ਭੁੱਲ ਚੁੱਕਿਆ, ਉਹ ਘਰ ਦੇ ਵਿੱਚ ਮੈਂ ਜਾਂਦਾ ਹੀ ਨਹੀਂ। ਅਤੇ ਫਿਰ ਇਹਨੂੰ ਪਤਾ ਲੱਗਦਾ ਵੀ ਵਾਕਈ ਹੀ ਮੈਂ ਬਈ ਇਹ ਗੰਦਗੀ ਦੇ ਵਿੱਚ ਵੱਸਦਾ ਅਤੇ ਗੰਦਗੀ ਦੇ ਵਿੱਚ ਕੀੜੇ ਵੱਸਦੇ, ਕਿਰਮ। ਫਿਰ ਇਹ ਸਾਡਾ ਮਨ ਆਪਦੇ ਆਪ ਨੂੰ ਕਿਰਮ ਮਹਿਸੂਸ ਕਰਨ ਲੱਗ ਜਾਂਦਾ ਵੀ ਵਾਕਈ ਮੈਂ ਕੀੜਾ, ਉਹ ਵੀ ਗੰਦਗੀ ਦਾ। ਫਿਰ ਇਹ ਆਪਦੇ ਹਉਮੈ ਹੰਕਾਰ ਨੂੰ ਛੱਡ ਕੇ ਫਿਰ ਆ ਕੇ ਢਹਿੰਦਾ ਸਤਿਗੁਰਾਂ ਦੀ ਸ਼ਰਨ 'ਚ ਵੀ ਮੇਰੇ 'ਤੇ ਕਿਰਪਾ ਕਰੋ। ਵੀ ਮੈਂ ਤਾਂ ਐਵੇਂ ਹੀ ਹਉਮੈ ਹੰਕਾਰ ਦੇ ਵਿੱਚ ਫੁੱਲਿਆ ਨਹੀਂ ਸਮਾਉਂਦਾ ਸੀ, ਮੈਂ ਤਾਂ ਬੈਠਾ ਹੀ ਗੰਦਗੀ ਦੇ ਵਿੱਚ, ਮੈਂ ਤਾਂ ਕੀੜਾ ਬਣਿਆ ਬੈਠਾ, ਕਿਰਮ ਬਣਿਆ ਬੈਠਾ। ਤੁਸੀਂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਸੋਝੀ ਦੇਵੋ, ਮੈਨੂੰ ਆਹ ਗੰਦਗੀ ਦੇ ਵਿੱਚੋਂ ਕੱਢੋ ਅਤੇ ਮੈਨੂੰ ਘਰ ਲੈ ਚੱਲੋ, ਮੇਰੇ ਵੀ ਹਿਰਦੇ ਵਿੱਚ ਪ੍ਰਕਾਸ਼ ਹੋ ਜੀ। ਫਿਰ ਇਹ ਜਦੋਂ ਇਹਨੂੰ ਸੋਝੀ ਹੁੰਦੀ, ਗਿਆਨ ਹੁੰਦਾ ਥੋੜ੍ਹਾ ਜਿਹਾ, ਫਿਰ ਇਹ ਬੇਨਤੀ ਕਰਦਾ, ਫਿਰ ਇਹ ਜੋਦੜੀ ਕਰਦਾ ਹੈ। ਕੀ ਕਹਿੰਦਾ ਮਹਾਰਾਜ ਦੱਸਦੇ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਵੀ ਮੇਰੇ 'ਤੇ ਦਇਆ ਕਰੋ ਵਾਹਿਗੁਰੂ, ਵੀ ਮੈਨੂੰ ਇਹ ਗੰਦਗੀ ਦੇ ਢੇਰ 'ਚੋਂ ਕੱਢ ਲਓ। ਵੀ ਮੈਂ ਤਾਂ ਇਹਨੂੰ ਹੀ ਸਾਰਾ ਕੁਝ ਸਮਝੀ ਬੈਠਾ, ਆਪਦੇ ਘਰ ਦਾ ਤਾਂ ਮੈਨੂੰ ਸੋਝੀ ਕੋਈ ਨਹੀਂ, ਗਿਆਨ ਹੀ ਕੋਈ ਨਹੀਂ, ਮੈਂ ਤਾਂ ਆਪਦੇ ਘਰੇ ਗਿਆ ਹੀ ਨਹੀਂ ਕਦੇ। ਫਿਰ ਜਦੋਂ ਇਸ ਅਵਸਥਾ 'ਚ ਸਾਡਾ ਮਨ ਆਉਂਦਾ, ਫਿਰ ਇਹ ਸੁਣਨ ਦੀ ਅਵਸਥਾ 'ਚ ਆਉਂਦਾ, ਫਿਰ ਇਹਨੂੰ ਜੋ ਸਮਝਾਉਂਦੇ ਗੁਰਬਾਣੀ ਗੁਰੂ, ਫਿਰ ਇਹਨੂੰ ਸਮਝ ਲੱਗਦੀ ਹੈ। ਨਹੀਂ ਤਾਂ ਹੁਣ ਜੀਵ ਨੂੰ ਕਿਉਂ ਨਹੀਂ ਸਮਝ ਲੱਗਦੀ, ਇਹ ਜਿਹੜੀ ਆਪਾਂ ਵਿਚਾਰ ਕਰਦੇ ਹਾਂ ਕਾਹਤੋਂ ਨਹੀਂ ਸਮਝ ਆਉਂਦੀ? ਕਿਉਂਕਿ ਉਹਦੇ ਅੰਦਰ ਹਉਮੈ ਹੰਕਾਰ ਹੈ, ਉਹਦੇ ਅੰਦਰ ਚਤੁਰਾਈ ਹੈ। ਜਿੰਨਾ ਆਪਦੇ ਆਪ ਨੂੰ ਉਹ ਸਿਆਣਾ ਸਮਝਦਾ, ਉਹਦੀ ਸਿਆਣਪ ਉਹਨੂੰ ਸਮਝ ਨਹੀਂ ਲੱਗਣ ਦਿੰਦੀ। ਜਦੋਂ ਜੀਵ ਦੇ ਅੰਦਰ ਹਉਮੈ ਹੁੰਦਾ, ਹੰਕਾਰ ਹੁੰਦਾ, ਉਦੋਂ ਉਹਨੂੰ ਸਮਝ ਨਹੀਂ ਆਉਂਦੀ, ਕਿਉਂਕਿ ਉਹ ਸੁਣਨ ਦੀ ਅਵਸਥਾ 'ਚ ਨਹੀਂ ਹੁੰਦਾ, ਉਹ ਸੁਣਦਾ ਨਹੀਂ। ਸੋ ਇਸ ਵਾਸਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪਾਂ ਨੂੰ ਕਹਿੰਦੇ ਵੀ ਜਦ ਤੱਕ ਅਸੀਂ ਲਗਾਤਾਰ ਸਤਸੰਗਤ ਨਹੀਂ ਕਰਦੇ, ਸਿਮਰਨ ਅਭਿਆਸ ਨਹੀਂ ਕਰਦੇ, ਉਹ ਓਨਾ ਸਮਾਂ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਨਹੀਂ ਆਉਂਦੀ ਕਿ ਸਾਨੂੰ ਕੀ ਸਮਝਾ ਰਹੇ ਨੇ, ਕੀ ਸਾਨੂੰ ਉਪਦੇਸ਼ ਦੇ ਰਹੇ ਨੇ। ਸੋ ਇਸ ਵਾਸਤੇ ਹੁਣ ਆਪਾਂ ਆਪੋ ਆਪਣੀ ਉਮਰ ਮੁਤਾਬਕ ਦੇਖਣਾ ਹੁੰਦਾ। ਹੁਣ ਵੀ ਸਾਡੀ ਵੀ ਕਿਤੇ ਇਹ ਹਾਲਤ ਤਾਂ ਨਹੀਂ ਹੈ ਬਈ ਜੇ ਆਪਣੀ ਉਮਰ ਕਿਸੇ ਦੀ 50 ਸਾਲ ਹੈ, 60 ਸਾਲ ਹੈ, ਅਤੇ ਆਪਾਂ ਆਪਣੀ ਉਮਰ ਦੇ ਹਿਸਾਬ ਨਾਲ ਅੰਦਾਜ਼ਾ ਲਾ ਲੈਣਾ ਹੁੰਦਾ ਵੀ ਆਪਣੀ ਜਿਹੜੀ ਅੱਧੀ ਉਮਰ ਸਮਝ ਲਓ ਵੀ ਰਾਤ ਦੀ ਹੈ, ਜਿੱਥੇ ਆਪਾਂ ਸੌਣ ਤੋਂ ਮਗਰੋਂ ਜਾਂਦੇ ਹਾਂ। ਆਪਣੇ ਦੇਸ਼ ਪਰਲੋਕ ਦੀ ਅੱਧੀ ਉਮਰ ਇਸ ਲੋਕ ਦੀ ਹੈ, ਜਿੱਥੇ ਆਪਾਂ ਦਿਨ ਦੇ ਸਮੇਂ ਆਉਂਦੇ ਹਾਂ। ਹੁਣ ਜਿਹੜੇ ਜੀਵ ਕਹਿ ਦਿੰਦੇ ਵੀ ਸਾਡੀ ਇੰਨੀ ਉਮਰ ਹੋ ਗਈ ਜੀ, ਆਹ ਦਾੜੀਆਂ ਅਸੀਂ ਜਾਂ ਸਾਡੇ ਵਾਲ ਐਵੇਂ ਨਹੀਂ ਚਿੱਟੇ ਹੋਏ, ਅਸੀਂ ਦੁਨੀਆ ਦੇਖੀ, ਅਤੇ ਉਹਨਾਂ ਨੂੰ ਪੁੱਛਿਆ ਕਰੋ ਵੀ ਜੇ ਤੁਸੀਂ ਦੁਨੀਆ ਦੇਖੀ ਅਤੇ ਤੁਹਾਨੂੰ ਫਿਰ ਇਹ ਪਤਾ ਵੀ ਆਪਦੇ ਦੇਸ਼ ਦੀ ਕੋਈ ਗੱਲ ਹੀ ਸੁਣਾ ਦਿਓ ਸਾਨੂੰ। ਬਈ ਜੇ ਤੁਹਾਡੇ ਚਿੱਟੇ ਉੱਦਾਂ ਨਹੀਂ ਹੋਏ ਅਤੇ ਫਿਰ ਆਪਦੇ ਦੇਸ਼ ਦੀ ਪਰਲੋਕ ਦੀ ਗੱਲ ਸੁਣਾਓ ਕੋਈ, ਵੀ ਜਿੱਥੇ ਤੁਸੀਂ ਜਾਂਦੇ ਹੋ, ਜਿੱਥੇ ਤੁਹਾਨੂੰ ਇੰਨੀ ਉਮਰ ਹੋ ਗਈ ਤੁਹਾਡੀ, ਜੇ ਤੁਹਾਡੀ ਉਮਰ 60 ਸਾਲ 70 ਸਾਲ 80 ਸਾਲ ਹੋ ਗਈ, ਅਤੇ ਫਿਰ ਸੁਣਾਓ ਕੋਈ ਉੱਥੇ ਤਾਂ ਬਚਨ ਵੀ ਕਿੱਥੇ ਜਾਂਦੇ ਹੋ। ਅਤੇ ਜੇ ਉੱਥੇ ਦਾ ਨਹੀਂ ਸੁਣਾਉਣਾ ਤਾਂ ਆਪਣੇ ਘਰ ਦਾ ਸੁਣਾ ਦਿਓ, ਮਹਿਲ ਦਾ ਸੁਣਾ ਦਿਓ ਕੋਈ, ਅਤੇ ਉੱਥੇ ਹੀ ਪਤਾ ਲੱਗ ਜਾਏਗਾ ਆਪਾਂ ਨੂੰ ਵੀ ਕਿੰਨਾ ਕੁ ਉਹਨਾਂ ਨੇ ਜੀਵਨ ਦਾ ਆਪਦਾ ਲਾਹਾ ਕੱਟਿਆ। ਜੇ ਤਾਂ ਉਹਨਾਂ ਨੇ ਸਤ ਸੰਗਤ ਕੀਤੀ ਹੈ, ਸਿਮਰਨ ਕੀਤਾ ਹੈ, ਫਿਰ ਤਾਂ ਉਹ ਆਪਦੇ ਘਰ ਦੀ ਕੋਈ ਗੱਲ ਸਾਨੂੰ ਸੁਣਾਉਣਗੇ, ਨਹੀਂ ਤਾਂ ਉਹਨਾਂ ਦੀ ਬੋਲਤੀ ਉੱਥੇ ਹੀ ਬੰਦ, ਕੋਈ ਗੱਲ ਹੀ ਨਹੀਂ ਆਉਣੀ। ਗੱਲ ਤਾਂ ਆਵੇ ਜੇ ਅਸੀਂ ਕਦੇ ਉੱਥੇ ਗਏ ਹੋਈਏ, ਫੇਰ ਹੀ ਸੁਣਾਈਏ।
ਆਪਦੇ ਘਰ ਦੀ ਗੱਲ ਤਾਂ ਕਰੀਏ ਜੇ ਸਾਨੂੰ ਆਪਦੇ ਘਰ ਦਾ ਪਤਾ ਹੋਵੇ, ਗਿਆਨ ਹੋਵੇ, ਫੇਰ ਕਰਾਂਗੇ। ਸੋ ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਗੁਰਬਾਣੀ ਇਹ ਸਾਰੀ ਸਾਡੇ ਅੰਦਰ ਦੀ ਖੋਜ ਹੈ, ਸਾਡੀ ਇਸ ਕਾਇਆ ਦੀ। ਸਾਨੂੰ ਸਾਡੇ ਦੇਸ਼ ਪਰਲੋਕ ਦਾ ਭੇਦ ਦਿੰਦੇ, ਸਾਡੇ ਘਰ ਨਿਜ ਮਹਿਲ ਦਾ ਭੇਦ ਦਿੰਦੇ। ਵੀ ਇਹ ਹੁਣ ਆਪਾਂ ਜੇ ਖੋਜ ਕਰਾਂਗੇ, ਖੋਜੀ ਬਣ ਕੇ ਚੱਲਾਂਗੇ, ਤੇ ਫੇਰ ਹੀ ਅਸੀਂ ਆਪਦੇ ਘਰ ਜਾ ਸਕਦੇ ਹਾਂ। ਜੇ ਅਸੀਂ ਖੋਜਾਂਗੇ ਨਹੀਂ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਕੀ ਪੜ੍ਹ ਰਹੇ ਹਾਂ ਅਸੀਂ। ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰਬਾਣੀ ਸਾਡੇ ਦੇਸ਼ ਦੀ ਗੱਲ ਕਰਦੇ, ਚੌਥੇ ਪਦ ਦੀ, ਪਰਲੋਕ ਦੀ, ਸਾਡੇ ਘਰ ਨਿਜ ਮਹਿਲ ਦੀ। ਤੇ ਸਾਡਾ ਜਿਹੜਾ ਮਨ ਉਹ ਤ੍ਰੈ ਗੁਣਾਂ 'ਚ ਮਾਇਆ 'ਚ ਸੁੱਤਾ ਹੋਇਆ, ਤਾਂ ਕਰਕੇ ਜੀਵ ਨੂੰ ਸਮਝ ਨਹੀਂ ਆਉਂਦੀ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਗੁਰਬਾਣੀ ਗੁਰੂ ਨੂੰ ਕੋਈ ਵਿਰਲਾ ਗੁਰਮੁਖ ਹੀ ਵਿਚਾਰ ਸਕਦਾ, ਆਮ ਜੀਵ ਦੇ ਸਮਝਦੀ ਨਹੀਂ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਦਾ, ਮਨ ਸੁੱਤਾ ਪਿਆ। ਇਸ ਲਈ ਮਹਾਰਾਜ ਫਰਮਾਉਂਦੇ ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਈ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਈ। ਆਪਾਂ ਨੂੰ ਕਹਿੰਦੇ ਵੀ ਗੁਰਬਾਣੀ ਨੂੰ ਗੁਰਮੁਖ ਵਿਚਾਰ ਸਕਦਾ, ਤੇ ਗੁਰਮੁਖ ਉਦੋਂ ਸਾਡਾ ਮਨ ਬਣਦਾ ਜਦੋਂ ਇਹ ਜਾਗਦਾ ਹੈ। ਜਦ ਤੱਕ ਸੁੱਤਾ ਹੈ ਉਹਨਾਂ ਸਮਾਂ ਤਾਂ ਮਨ ਮੁੱਖ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਹੁਣ ਆਪਾਂ ਆਪਣੇ ਆਪੇ ਦੀ ਖੋਜ ਕਰਨੀ ਹੁੰਦੀ, ਆਪਣੇ ਆਪੇ ਦੀ ਪੜਚੋਲ ਕਰਨੀ ਹੁੰਦੀ। ਵੀ ਸਾਡਾ ਜਿਹੜਾ ਮਨ ਹੈ, ਮਨ ਜਾਂਦਾ ਕਿੱਥੇ ਹੈ, ਆਪਾਂ ਹੁਣ ਮਨ ਦੀ ਖੋਜ ਕਰਨੀ ਹੁੰਦੀ। ਜਿਹਨੂੰ ਮਹਾਰਾਜ ਕਹਿੰਦੇ ਵੀ ਇਹ ਮਨ ਨੂੰ ਖੋਜੋ, ਬਈ ਜਦੋਂ ਇਹ ਤਨ ਨੂੰ ਛੱਡਦਾ ਇਹ ਅਗਾਂਹ ਜਾਂਦਾ ਤੇ ਜਾਂਦਾ ਕਿੱਥੇ। ਮਹਾਰਾਜ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਵੀ ਇਹ ਤਨ ਨੂੰ ਜਦੋਂ ਆਪਾਂ ਛੱਡਦੇ ਹਾਂ ਸਮਾਉਂਦਾ ਕਿੱਥੇ ਜਾ ਕੇ। ਤਨ ਨੂੰ ਤਾਂ ਆਪਾਂ ਰੋਜ਼ ਹੀ ਛੱਡਦੇ ਹਾਂ, ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਹਾਂ ਤਨ ਨੂੰ ਛੱਡ ਦਿੱਤਾ। ਤੇ ਸਤਿਗੁਰੂ ਕਹਿੰਦੇ ਵੀ ਹੁਣ ਇਹ ਖੋਜ ਕਰੋ ਵੀ ਇਹ ਤਨ ਨੂੰ ਛੱਡਣ ਤੋਂ ਮਗਰੋਂ ਤੁਸੀਂ ਜਾਂਦੇ ਕਿੱਥੇ ਹੋ। ਇਹ ਜਿਹੜੀ ਰਾਤ ਹੈ ਇਹ ਇੱਕ ਛੋਟੀ ਮੌਤ ਹੈ, ਆਪਾਂ ਰੋਜ਼ ਹੀ ਮਰਦੇ ਹਾਂ। ਤੇ ਇੱਕ ਦਿਨ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋ ਗਿਆ, ਉਦੋਂ ਫਿਰ ਆਪਾਂ ਕਹਿ ਦਿੰਦੇ ਬਈ ਇਹ ਸਦਾ ਵਾਸਤੇ ਮਰ ਗਿਆ ਜੀ, ਜਿਹਨੂੰ ਆਪਾਂ ਸੰਸਾਰ 'ਚ ਜੀਵ ਕਹਿ ਦਿੰਦੇ ਵੀ ਇਹਦੀ ਮੌਤ ਹੋ ਗਈ। ਜੇ ਸਾਨੂੰ ਹੁਣ ਨਹੀਂ ਪਤਾ ਲੱਗਦਾ ਵੀ ਅਸੀਂ ਰਾਤ ਨੂੰ ਸੌਣ ਤੋਂ ਮਗਰੋਂ ਕਿੱਥੇ ਜਾਂਦੇ ਹਾਂ, ਕਿਹੜੇ ਰਾਹ ਜਾਂਦੇ ਹਾਂ, ਕਿਹੜੇ ਰਾਹ ਫਿਰ ਵਾਪਸ ਆਉਂਦੇ ਹਾਂ, ਫਿਰ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋ ਗਿਆ ਫਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ। ਸੋ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਇਹ ਖੋਜੋ, ਹੁਣ ਤੁਸੀਂ ਇਹ ਜਾਗੋ ਤੇ ਜਾਗ ਕੇ ਪਤਾ ਕਰੋ। ਹੁਣ ਜੇ ਸਾਡਾ ਮਨ ਜਾਗੇਗਾ ਤੇ ਫਿਰ ਹੀ ਸਾਨੂੰ ਪਤਾ ਲੱਗ ਸਕਦਾ। ਜਿਵੇਂ ਆਪਾਂ ਕਿਸੇ ਸਫ਼ਰ 'ਤੇ ਜਾਂਦੇ ਹਾਂ, ਯਾਤਰਾ 'ਤੇ, ਹੁਣ ਜੇ ਆਪਾਂ ਉਹ ਯਾਤਰਾ 'ਤੇ ਜਦੋਂ ਚੱਲੇ ਆਪਾਂ ਸੌਂ ਗਏ, ਸੁੱਤੇ ਹੋਏ ਆਪਾਂ ਉਹ ਸਫ਼ਰ ਤੈਅ ਕੀਤਾ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਰਾਹ 'ਚ ਕੀ ਕੁਝ ਆਇਆ, ਕਿਉਂਕਿ ਆਪਾਂ ਤਾਂ ਸੌਂ ਗਏ, ਸੁੱਤੇ ਹੋਏ ਲੰਘ ਗਏ। ਤੇ ਜਿਹੜਾ ਜਾਗਦਾ ਉਹਨੂੰ ਜਾਗਦੇ ਨੂੰ ਪਤਾ, ਉਹ ਸਾਰਾ ਕੁਛ ਦੇਖਦਾ ਜਾਂਦਾ ਵੀ ਰਾਹ ਵਿੱਚ ਕੀ ਕੁਝ ਆਇਆ, ਉਹਨੇ ਸਾਰਾ ਦੇਖਦਾ ਜਾਣਾ। ਤੇ ਜਿਹੜਾ ਸੁੱਤਾ ਪਿਆ ਤੁਸੀਂ ਉਹਨੂੰ ਪੁੱਛੋਗੇ ਵੀ ਕੀ ਕੁਝ ਰਾਹ 'ਚ ਆਇਆ, ਉਹਨੇ ਕਹਿਣਾ ਮੈਨੂੰ ਤਾਂ ਪਤਾ ਨਹੀਂ ਵੀ ਕੀ ਕੁਝ ਆਇਆ, ਕਿਉਂਕਿ ਉਹ ਤਾਂ ਸੁੱਤਾ ਪਿਆ ਸੀ। ਜਿਹੜਾ ਜਾਗਦਾ ਸੀ ਜੇ ਤੁਸੀਂ ਉਹਨੂੰ ਪੁੱਛੋਗੇ ਤੇ ਉਹ ਸਾਰਾ ਦੱਸ ਦੇਗਾ, ਕਿਉਂਕਿ ਉਹ ਜਾਗਦਾ ਹੈ। ਇਸੇ ਤਰ੍ਹਾਂ ਹੀ ਹੁਣ ਜਦੋਂ ਸਾਡਾ ਮਨ ਸੁੱਤਾ ਹੋਇਆ, ਸੁੱਤੇ ਹੋਏ ਨੂੰ ਕੁਝ ਯਾਦ ਨਹੀਂ ਰਹਿੰਦਾ, ਇਹਨੂੰ ਪਤਾ ਨਹੀਂ ਹੈ ਵੀ ਮੈਂ ਕਿੱਥੇ ਜਾਣਾ, ਕਿਹੜੇ ਰਾਹ ਜਾਣਾ, ਕਿਹੜੇ ਰਾਹ ਫਿਰ ਵਾਪਸ ਆ ਜਾਣਾ। ਤੇ ਜੇ ਸਾਡਾ ਮਨ ਜਾਗੇਗਾ, ਜਾਗਿਆ ਹੋਇਆ ਮਨ ਸਾਰਾ ਦੱਸ ਦੇਗਾ ਵੀ ਮੈਂ ਕਿਵੇਂ ਜਾਣਾ, ਕਿਹੜੇ ਰਾਹ ਜਾਣਾ, ਕੀ ਕੀ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਨੇ ਉੱਥੇ, ਕੀ ਕੁਝ ਹੈ, ਫਿਰ ਕਿਹੜੇ ਰਾਹ ਵਾਪਸ ਆਉਣਾ, ਸਾਰਾ ਸਾਨੂੰ ਸੁਣਾ ਦੇਗਾ। ਸੋ ਇਸੇ ਤਰ੍ਹਾਂ ਹੀ ਹੁਣ ਗੁਰਬਾਣੀ ਗੁਰੂ ਉਹਨਾਂ ਗੁਰਮੁਖਾਂ ਦੀ, ਉਹਨਾਂ ਭਗਤਾਂ ਦੀ ਜਿਹੜੇ ਜਾਗੇ,
ਤੇ ਜਾ ਕੇ ਉਹਨਾਂ ਨੇ ਜੋ ਕੁਛ ਦੇਖਿਆ ਉਹ ਸਾਰਾ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਲਿਖਤੀ ਰੂਪ ਵਿੱਚ ਦੱਸ ਦਿੱਤਾ ਵੀ ਤਾਂ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹੀਏ, ਪੜ੍ਹ ਕੇ ਵਿਚਾਰੀਏ, ਅਸੀਂ ਇਹ ਖੋਜ ਕਰੀਏ, ਸਾਡਾ ਮਨ ਆਪ ਇਸ ਮਾਰਗ 'ਤੇ ਚੱਲੇ ਅਤੇ ਫਿਰ ਉਹ ਨਿਸ਼ਾਨੀਆਂ ਪ੍ਰਗਟ ਹੋਣ ਅਤੇ ਫਿਰ ਸਾਨੂੰ ਪਤਾ ਲੱਗਦਾ ਵੀ ਸਾਡਾ ਜਿਹੜਾ ਮਾਰਗ, ਸਾਡਾ ਰਸਤਾ ਉਹ ਸਹੀ ਹੈ, ਕਿਉਂਕਿ ਸਾਡਾ ਮਾਰਗ ਦਰਸ਼ਨ ਗੁਰਬਾਣੀ ਗੁਰੂ ਕਰਦੇ ਨੇ ਵੀ ਜੋ ਨਿਸ਼ਾਨੀਆਂ ਦੱਸ ਰਹੇ ਉਹ ਨਿਸ਼ਾਨੀਆਂ ਫਿਰ ਆਪਣੇ ਅੰਦਰ ਪ੍ਰਗਟ ਹੋਣ ਲੱਗ ਜਾਂਦੀ। ਫਿਰ ਆਪਣੇ ਮਨ ਨੂੰ ਹੋਰ ਚਾਅ ਪੈਦਾ ਹੁੰਦਾ ਸਾਡੇ ਅੰਦਰ ਵੀ ਜੋ ਗੁਰਬਾਣੀ ਗੁਰੂ ਕਹਿ ਰਹੇ ਬਿਲਕੁਲ ਸੱਚ ਕਹਿ ਰਹੇ। ਫਿਰ ਸਾਡੀ ਹੋਰ ਸ਼ਰਧਾ, ਹੋਰ ਭਾਵਨਾ, ਹੋਰ ਪ੍ਰੇਮ ਵੱਧਦਾ ਅਤੇ ਜਦ ਤੱਕ ਹੁਣ ਅਸੀਂ ਇਸ ਮਾਰਗ 'ਤੇ ਚੱਲਦੇ ਨਹੀਂ ਉਹਨਾਂ ਸਮਾਂ ਸਾਨੂੰ ਪਤਾ ਨਹੀਂ ਲੱਗਦਾ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਸੁੱਤੇ ਨਾ ਰਹੋ, ਤੁਸੀਂ ਜਾਗੋ ਅਤੇ ਕਿਤੇ ਸੁੱਤੇ ਹੀ ਆਪਦਾ ਜੀਵਨ ਨਾ ਬਤੀਤ ਕਰ ਲਿਓ ਸਾਰਾ। ਇਸ ਲਈ ਮਨ ਨੂੰ ਸਮਝਾਉਂਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਵੀ ਤੇਰੇ ਜੀਵਨ ਦੀ ਰਹਿਣ ਰਾਤ ਜਿਹੜੀ ਹੈ ਬੀਤਦੀ ਜਾ ਰਹੀ, ਮੁੱਕਦੀ ਜਾ ਰਹੀ, ਕਿਤੇ ਸੁੱਤਾ ਹੀ ਨਾ ਲੰਘਾ ਦੀ ਸਾਰੀ ਉਮਰ। ਵੀ ਪਹਿਲਾਂ ਹੀ ਬਹੁਤ ਸਮਾਂ ਲੰਘਾਤਾ ਅਸੀਂ, ਆਪਾਂ ਹੁਣ ਦੇਖੀਏ ਆਪਣੀ ਉਮਰ ਕਿੰਨੀ ਕਿੰਨੀ ਹੋ ਗਈ, ਕਿੰਨਾ ਸਮਾਂ ਅਸੀਂ ਸੁੱਤਿਆ ਨਹੀਂ ਲੰਘਾਤਾ। ਸਤਿਗੁਰੂ ਕਹਿੰਦੇ ਹੁਣ ਤਾਂ ਜਾਗੋ, ਵੀ ਇਹ ਨਾ ਹੋਵੇ ਕਿਤੇ ਸੁੱਤੇ ਹੀ ਸਾਰਾ, ਹੋਰ ਜਿੰਨਾ ਬਚਿਆ ਉਹ ਵੀ ਸੁੱਤੇ ਹੀ ਲੰਘਾ ਜਾਈਏ, ਵੀ ਅਸੀਂ ਜਾਗੀਏ ਇੰਨਾ। ਇਸ ਵਾਸਤੇ ਸਾਨੂੰ ਫਿਰ ਵਾਰ-ਵਾਰ ਤਾਂਹੀਓ ਕਹਿੰਦੇ ਵੀ ਸੁੱਤੇ ਨਾ ਰਹੋ, ਜਾਗੋ। ਮਾਰੇ ਕਹਿੰਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਵੀ ਕਿਉਂ ਗਾਫਲ ਹੋ ਕੇ ਸੁੱਤਾ ਪਿਆ, ਜਾਗ। ਹੁਣ ਸਾਡਾ ਮਨ ਸੌਂਦਾ ਕਿਵੇਂ, ਕਿਵੇਂ ਅਸੀਂ ਸੁੱਤੇ ਹੋਏ ਹਾਂ, ਅਸੀਂ ਵਿਚਾਰਾਂ 'ਚ ਸੁੱਤੇ ਹਾਂ, ਫੁਰਨਿਆਂ ਦੇ ਵਿੱਚ, ਮਾਇਆ ਦੇ ਵਿੱਚ। ਉੱਦਾਂ ਆਪਣਾ ਮਨ ਕੋਈ ਸੌਣ ਵਾਲੀ ਚੀਜ਼ ਨਹੀਂ ਹੈ, ਜੋਤ ਸਰੂਪ ਪ੍ਰਕਾਸ਼ ਰੂਪ ਹੈ। ਸੁੱਤਾ ਇਹਨੂੰ ਉਦੋਂ ਕਹਿੰਦੇ ਗੁਰਬਾਣੀ ਗੁਰੂ ਵਿੱਚ ਜਦੋਂ ਹੀ ਵਿਚਾਰਾਂ 'ਚ ਹੁੰਦਾ, ਫੁਰਨਿਆਂ 'ਚ, ਉਦੋਂ ਕਹਿੰਦੇ ਵੀ ਵਿਚਾਰਾਂ 'ਚ ਸੌਂ ਗਿਆ, ਭਰਮ ਦੇ ਵਿੱਚ ਸੌਂ ਗਏ। ਜਿਵੇਂ ਕਿਵੇਂ ਸੌਂਦਾ, ਕਿਸੇ ਨਾਲ ਅਸੀਂ ਵੈਰ ਵਿਰੋਧ ਕਰਦੇ ਹਾਂ, ਉਹ ਵੈਰ ਵਿਰੋਧ 'ਚ ਸੁੱਤਾ ਪਿਆ। ਕਿਸੇ ਦੀ ਨਿੰਦਿਆ ਕਰਦੇ ਹਾਂ, ਉਹ ਵਿਚਾਰਾਂ 'ਚ, ਉਹ ਨਿੰਦਿਆ 'ਚ ਸੌਂ ਗਿਆ। ਕਿਸੇ ਦੀ ਨਿੰਦਿਆ ਸੁਣਦੇ ਹਾਂ ਤਾਂ ਸੌਂ ਗਿਆ। ਕਿਵੇਂ ਸੁੱਤਾ, ਮਹਾਰਾਜ ਦੱਸਦੇ ਵੀ ਇਹ ਜਿਹੜੇ ਕਾਲ ਨੇ ਸਾਡੇ ਕਿੱਥੇ ਕਿੱਥੇ ਜਾਲ ਪਾਇਆ, ਸਾਡੇ ਮਨ ਨੂੰ ਸੁਭਾਉਣ ਵਾਸਤੇ। ਇਹ ਜਿਹੜੀਆਂ ਸਾਡੀਆਂ ਅੱਖਾਂ 'ਤੇ ਜਾਲ ਪਾ ਦਿੱਤਾ, ਕੰਨ ਸੀ ਕੰਨਾਂ 'ਤੇ ਜਾਲ ਪਾ ਦਿੱਤਾ, ਰਸਨਾ ਸੀ ਇਹ ਜੀਭ 'ਤੇ ਜਾਲ ਪਾ ਦਿੱਤਾ। ਮਾਰੇ ਫਰਮਾਉਂਦੇ ਕਾਲ ਜਾਲ ਜੇਬਾ ਔਰ ਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ। ਵੀ ਕਾਲ ਨੇ ਕਿੱਥੇ ਕਿੱਥੇ ਜਾਲ ਪਾਇਆ ਸਾਡੀ ਰਸਨਾ 'ਤੇ, ਸਾਡੀਆਂ ਇਹਨਾਂ ਨੈਣਾਂ ਨੇਤਰਾਂ 'ਤੇ, ਅੱਖਾਂ 'ਤੇ, ਸਾਡੇ ਇਹਨਾਂ ਸਰਵਣਾਂ 'ਤੇ, ਕੰਨਾਂ ਦੇ ਉੱਤੇ। ਇਸੇ ਜਾਲ ਪਾ ਦਿੱਤਾ ਵੀ ਤਾਂ ਕਿ ਇਹ ਸੁੱਤੇ ਹੀ ਰਹਿਣ, ਇਹ ਜਾਗਣ। ਹੁਣ ਜਦੋਂ ਸਾਡੀਆਂ ਇਹਨਾਂ ਅੱਖਾਂ 'ਤੇ ਜਾਲ ਪਿਆ ਹੁੰਦਾ, ਸਾਨੂੰ ਪਰਮਾਤਮਾ ਦੀਂਦਾ ਨਹੀਂ ਹੈ। ਜਦੋਂ ਸਾਡੀ ਇਹ ਰਸਨਾ 'ਤੇ ਜਾਲ ਪਿਆ ਹੁੰਦਾ, ਜੀਭਾ 'ਤੇ, ਅਸੀਂ ਮਾਲਕ ਦੇ ਗੁਣ ਨਹੀਂ ਗਾ ਸਕਦੇ, ਇਹ 'ਤੇ ਅੰਮ੍ਰਿਤ ਨਹੀਂ ਆਉਂਦਾ। ਜਦੋਂ ਇਹ ਕੰਨਾਂ ਦੇ ਉੱਤੇ ਜਾਲ ਪਿਆ ਹੁੰਦਾ, ਅਸੀਂ ਮਾਲਕ ਦੀ ਆਵਾਜ਼, ਨਾਮ ਨੂੰ ਨਹੀਂ ਸੁਣ ਸਕਦੇ, ਨਾਦ ਨੂੰ ਨਹੀਂ ਸੁਣ ਸਕਦੇ। ਹੁਣ ਇਹਨਾਂ ਦੇ ਵਿੱਚ ਜਿਹੜਾ ਸਾਡਾ ਮਨ ਸੀ ਇਸ ਤਰ੍ਹਾਂ ਸੌਂ ਗਿਆ, ਨੇਤਰਾਂ ਦੁਆਰਾ ਸੌਂ ਗਿਆ, ਮਾਇਆ ਨੂੰ, ਸਰੀਰਾਂ ਨੂੰ, ਆਕਾਰਾਂ ਨੂੰ ਦੇਖ ਦੇਖ ਕੇ, ਸੰਸਾਰ ਦੇ ਰੰਗ ਤਮਾਸ਼ੇ, ਇਹ ਨਾਟਕ ਚੇਟਕ ਦੇਖ ਦੇਖ ਕੇ ਸੌਂ ਗਏ ਨੇਤਰ। ਕੰਨ ਸੌਂ ਗਏ ਸੰਸਾਰ ਦੀਆਂ ਦੁਨਿਆਵੀ ਗੱਲਾਂ ਸੁਣ ਸੁਣ ਕੇ, ਨਿੰਦਿਆ ਚੁਗਲੀ ਵੈਰ ਵਿਰੋਧੀਆਂ। ਰਸਨਾ ਸੌਂ ਗਈ ਹੈ ਮਾਇਆ ਦੇ ਵਿੱਚ ਵਿਸਮਾਦ ਹੋ ਕੇ। ਮਹਾਰਾਜ ਫਰਮਾਉਂਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਬਣ ਸੋਈ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ।
ਹੁਣ ਇਸ ਤਰ੍ਹਾਂ ਮਨ ਸੀ ਜਿਹੜਾ ਹੈ ਬੇਸਮਾਦ ਹੋ ਕੇ ਗੂੜੀ ਨਿੰਦੇ ਸੁੱਤਾ ਪਿਆ, ਵਿਚਾਰਾਂ 'ਚ ਫੁਰਨਿਆਂ 'ਚ ਮਸਤ ਹੋ ਕੇ ਪਿਆ ਸੁੱਤਾ। ਅੱਖਾਂ ਦੁਆਰਾ ਮਾੜਾ ਦੇਖੀ ਜਾਂਦਾ, ਕੰਨਾਂ ਦੁਆਰਾ ਮਾੜਾ ਸੁਣੀ ਜਾਂਦਾ, ਰਸਨਾ ਦੁਆਰਾ ਮਾੜਾ ਬੋਲੀ ਜਾਂਦਾ, ਸਿੱਕਾ ਬੋਲੀ ਜਾਂਦਾ, ਤੇ ਮਹਾਰਾਜ ਕਹਿੰਦੇ ਸੁੱਤਾ ਪਿਆ। ਹੁਣ ਇਹ ਹੈ ਹਾਲਤ ਸੁੱਤੇ ਹੋਏ ਮਨ ਦੀ, ਤੇ ਸਤਿਗੁਰੂ ਫਿਰ ਤਾਂ ਕਹਿੰਦੇ ਵੀ ਸੁੱਤੇ ਨਾ ਰਹੋ, ਵੀ ਅੱਗੇ ਕਿੰਨੇ ਜਨਮ ਸਾਨੂੰ ਸੁੱਤਿਆਂ ਨੂੰ, ਜਿਉਂ ਅਸੀਂ ਸਤਿਯੁਗ ਤੋਂ ਚੱਲੇ ਚੌਥਾ ਯੁੱਗ ਸੁੱਤੇ ਹੀ ਆ ਰਹੇ। ਹੁਣ ਮਾਨਸ ਜਾਮਾ ਮਿਲਿਆ 84 ਲੱਖ ਜੂਨ ਤੋਂ ਉੱਤਮ, ਤੇ ਇਹਦੇ ਵਿੱਚ ਵੀ ਆਪਣੀ ਇੰਨੀ ਉਮਰ ਬੀਤ ਗਈ, ਤੇ ਮਹਾਰਾਜ ਕਹਿੰਦੇ ਵੀ ਫਿਰ ਵੀ ਅਸੀਂ ਜੇ ਸੁੱਤੇ ਹੀ ਪਏ ਹਾਂ ਵੀ ਹੁਣ ਤਾਂ ਜਾਗੋ। ਸੋ ਮਨ ਨੂੰ ਫਿਰ ਸੁੱਤੇ ਹੋਏ ਨੂੰ ਜਗਾਉਣ ਵਾਸਤੇ ਇਹ ਹੁਣ ਆਪਾਂ ਸਿਮਰਨ ਅਭਿਆਸ ਕਰਦੇ ਹਾਂ। ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ, ਨਾਲ ਨਾਲ ਗੁਰੂ ਦੀ ਮੱਤ ਮਨ ਨੂੰ ਦੇਵਾਂਗੇ, ਇਹਦੇ ਸੁੱਤਾ ਹੋਇਆ ਜਾਗੇਗਾ। ਮਹਾਰਾਜ ਫਰਮਾਉਂਦੇ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਵੀ ਹੁਣ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾਵੋ। ਆਓ ਹੁਣ ਕਿਵੇਂ ਆਪਾਂ ਆਪਣੇ ਸੁੱਤੇ ਹੋਏ ਮਨ ਨੂੰ ਜਗਾਉਣਾ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਗੁਰਮੁਖ ਪਿਆਰਿਓ, ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਸਿਮਰਨ ਅਭਿਆਸ ਜੁਗਤੀ ਤਰੀਕਾ। ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸਾਡਾ ਮਨ ਜਾਗਤ ਅਵਸਥਾ 'ਚ ਆਉਂਦਾ ਹੈ ਤੇ ਨਾਲ ਫਿਰ ਆਪਾਂ ਇਹਨੂੰ ਗੁਰੂ ਦੀ ਮੱਤ ਦੇਣੀ, ਗਿਆਨ ਦੇਣਾ, ਕਿਉਂਕਿ ਇਹ ਫੇਰ ਸੌਂ ਜਾਂਦਾ, ਆਦੀ ਹੋ ਚੁੱਕਿਆ ਸੌਣ ਦਾ, ਥੋੜ੍ਹਾ ਜਿਹਾ ਜਾਗਦਾ ਤੇ ਫਿਰ ਸੌਂ ਜਾਂਦਾ। ਸੌਂਦਾ ਕਿਵੇਂ? ਜਦੋਂ ਅਸੀਂ ਸੰਸਾਰ ਦੀਆਂ ਗੱਲਾਂ ਸ਼ੁਰੂ ਕਰਤੀਆਂ, ਕਿਸੇ ਦੀ ਬੁਰਾਈ ਕਰਨੀ ਸ਼ੁਰੂ ਕਰਤੀ ਤੇ ਸਮਝ ਲਓ ਇਹਨੇ ਫਿਰ ਸੌਂ ਜਾਣਾ। ਇਸ ਵਾਸਤੇ ਫਿਰ ਇੱਕ ਵਾਰ ਆਪਾਂ ਨੂੰ ਇਹ ਆਪਦੀ ਮੱਤ ਛੱਡਣੀ ਪੈਂਦੀ, ਸੰਸਾਰ ਦੀਆਂ ਦੁਨਿਆਵੀ ਗੱਲਾਂ ਛੱਡਣੀਆਂ ਪੈਂਦੀਆਂ। ਉਨੀ ਕੁ ਗੱਲ ਕਰੋ ਵੀ ਜਿੰਨਾ ਕੁ ਸਾਨੂੰ ਜ਼ਰੂਰੀ ਹੈ, ਵੀ ਜਿਹਦੇ ਬਿਨਾਂ ਸਰਦਾ ਨਹੀਂ, ਤੇ ਬਾਕੀ ਹੋਰ ਨਾ ਕਰੋ ਵੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਕਿਸੇ ਹੋਰ ਦੀਆਂ ਐਵੇਂ ਹੀ ਨਾ ਕਰੀ ਜਾਓ। ਬਈ ਜਿਹਦੇ ਨਾਲ ਸਾਡਾ ਕੋਈ ਵਾਹ ਵਾਸਤਾ ਹੀ ਨਹੀਂ, ਉਹਨਾਂ ਦੀਆਂ ਨਾ ਕਰੋ। ਵੈਸੇ ਤਾਂ ਸਾਨੂੰ ਆਪਦੀ ਵੀ ਕਰਨੀ ਚਾਹੀਦੀ, ਹਮੇਸ਼ਾ ਹੀ ਗੱਲ ਅਸੀਂ ਆਪਦੀ ਕਰੀਏ। ਜਾਂ ਜਦੋਂ ਅਸੀਂ ਜਿਵੇਂ 2-4 ਜੀਵ ਇਕੱਠੇ ਹੁੰਦੇ ਹਾਂ ਤੇ ਆਪਦੀ ਗੱਲ ਕਰੀਏ। ਜਦੋਂ ਅਸੀਂ ਆਪਦੀ ਗੱਲ ਕਰਾਂਗੇ ਫਿਰ ਸਾਨੂੰ ਇੰਨੀਆਂ ਗੱਲਾਂ ਨਹੀਂ ਆਉਣਗੀਆਂ। ਤੁਸੀਂ ਕਿਤੇ ਵਿਚਾਰ ਕੇ ਦੇਖਿਓ, ਹਮੇਸ਼ਾ ਜੀਵ ਉਹਦੀ ਗੱਲ ਕਰਦਾ ਵੀ ਜਿਹੜਾ ਵਿੱਚ ਹਾਜ਼ਰ ਨਹੀਂ ਹੁੰਦਾ। ਜਿਵੇਂ ਮੰਨ ਲਓ 4 ਜੀ ਖੜੇ ਆ, ਉਹਨਾਂ 4 ਨੇ ਆਪਦੀ ਗੱਲ ਨਹੀਂ ਕਰਨੀ, ਜਿਹੜਾ ਨਹੀਂ ਹੈ ਉਹਦੀ ਗੱਲ ਕਰਨੀ। ਤੇ ਜਿਹੜਾ ਉੱਥੇ ਹੈ ਹੀ ਨਹੀਂ, ਉਹਦੀ ਜਦੋਂ ਅਸੀਂ ਗੱਲ ਕਰਾਂਗੇ ਉਹਦਾ ਸਾਨੂੰ ਘਾਟਾ ਹੀ ਘਾਟਾ, ਕਿਉਂਕਿ ਜਾਂ ਤਾਂ ਅਸੀਂ ਉਹਦੀ ਉਸਤਤ ਕਰਾਂਗੇ ਤੇ ਜਾਂ ਅਸੀਂ ਉਹਦੀ ਨਿੰਦਿਆ ਕਰਾਂਗੇ। ਦੋਵਾਂ 'ਚੋਂ ਅਸੀਂ ਇੱਕ ਚੀਜ਼ ਕਰਾਂਗੇ ਤੇ ਦੋਵੇਂ ਚੀਜ਼ਾਂ ਹੀ ਸਾਡੇ ਉੱਤੇ ਮੈਲ ਚੜਾਉਂਦੀਆਂ। ਜੇ ਅਸੀਂ ਉਸਤਤ ਕਰਾਂਗੇ, ਉਸਤਤ ਅਸੀਂ ਵਾਹਿਗੁਰੂ ਦੀ ਕਰਨੀ, ਪਰਮਾਤਮਾ ਦੀ, ਕਿਸੇ ਆਕਾਰ ਦੀ ਤਾਂ ਅਸੀਂ ਉਸਤਤ ਕਰਨੀ ਨਹੀਂ ਹੁੰਦੀ। ਤੇ ਜੇ ਅਸੀਂ ਨਿੰਦਿਆ ਕਰਾਂਗੇ ਤੇ ਉਹ ਨਿੰਦਿਆ ਤਾਂ ਸਭ ਦੀ ਮਾੜੀ ਹੈ, ਕਿਸੇ ਦੀ ਚੰਗੀ ਹੈ ਹੀ ਨਹੀਂ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਹਮੇਸ਼ਾ ਆਪਦੀ ਗੱਲ ਕਰੋ। ਜਦੋਂ ਅਸੀਂ ਆਪਦੀ ਕਰਾਂਗੇ ਤੁਸੀਂ ਦੇਖਿਓ ਗੱਲਾਂ ਹੀ ਮੁੱਕ ਜਾਣੀਆਂ। ਗੱਲਾਂ ਕਰਾਂਗੇ ਕੀ, ਕਿਉਂਕਿ ਆਪਦੀ ਗੱਲ ਨਹੀਂ, ਜੀਵ ਹਮੇਸ਼ਾ ਦੂਜੇ ਦੀ ਗੱਲ ਕਰਦਾ, ਹੋਰ ਦੀ ਗੱਲ ਕਰਦਾ, ਜਿਹੜਾ ਉੱਥੇ ਹਾਜ਼ਰ ਨਹੀਂ, ਵਿੱਚ ਹੈ ਹੀ ਨਹੀਂ ਹੈ। ਤੇ ਜਦੋਂ ਅਸੀਂ ਉਹਦੀ ਗੱਲ ਕਰਾਂਗੇ ਤੇ ਉਹਨੇ ਸਾਡੇ ਉੱਤੇ ਮੈਲ ਚੜਾਉਣੀ। ਜੇ ਸਾਡਾ ਮਨ ਜਾਗਿਆ ਵੀ ਹੈ ਤੇ ਉਦੋਂ ਹੀ ਸੌਂ ਜਾਣਾ। ਜਦੋਂ ਅਸੀਂ ਉਹਦੀ ਗੱਲ ਸ਼ੁਰੂ ਕਰ ਲਈ ਉਹਨੇ ਸੌਂ ਜਾਣਾ ਉਦੋਂ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਸ ਤਰ੍ਹਾਂ ਮਨ ਅਗਿਆਨਤਾ ਦੇ ਵਿੱਚ ਜਦੋਂ ਹੁੰਦਾ ਫਿਰ ਇਹ ਤਾਂ ਕਰਕੇ ਇੱਦਾਂ ਸੌਂ ਜਾਂਦਾ। ਜਦੋਂ ਅਸੀਂ ਹੋਰਾਂ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਹਾਂ, ਕਿਸੇ ਦੀ ਔਗਣ ਫਰੋਲਣੀ ਸ਼ੁਰੂ ਕਰਤੀ, ਕਿਸੇ ਦੀ ਬੁਰਾਈ ਸ਼ੁਰੂ ਕਰਤੀ, ਤੇ ਫਿਰ ਨਹੀਂ ਇਹਨੇ ਜਾਗਣਾ, ਫਿਰ ਤਾਂ ਸੌਂ ਗਿਆ। ਸੋ ਇਸ ਵਾਸਤੇ ਜਿਹੜਾ ਮਨ ਜਾਗਿਆ ਫਿਰ ਇਹ ਜਾਗੇ ਦੀ ਨਿਸ਼ਾਨੀ ਆ। ਉਹ ਤਾਂ ਕਰਕੇ ਕਿਸੇ ਦੀ ਬੁਰਾਈ ਨਹੀਂ ਕਰਦਾ, ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ। ਤਾਂ ਕਰਕੇ ਜਿਹੜਾ ਮਨ ਜਾਗਿਆ ਉਹ ਹਉਮੈ ਹੰਕਾਰ ਤੋਂ ਰਹਿਤ ਹੋ ਜਾਂਦਾ। ਜਿਹੜਾ ਮਨ ਜਾਗਿਆ ਉਹ ਤਾਂ ਕਰਕੇ ਫਿਰ ਸਭ ਦੇ ਵਿੱਚ ਹੀ ਮਾਲਕ ਨੂੰ ਦੇਖਦਾ, ਤਾਂ ਕਰਕੇ ਉਹ ਫਿਰ ਨਿਮਰਤਾ 'ਚ ਆ ਜਾਂਦਾ, ਉਹ ਨਿਮਾਣਾ ਹੋ ਜਾਂਦਾ।
ਇਹ ਜਿਹੜਾ ਮਨ ਜਾਗਿਆ ਉਹਦੀ ਨਿਸ਼ਾਨੀ ਹੈ ਉਹ ਕਦੇ ਕਿਸੇ ਨਾਲ ਲੜੇਗਾ ਨਹੀਂ, ਕਿਸੇ ਨਾਲ ਉਹ ਝਗੜਾ ਨਹੀਂ ਕਰੇਗਾ, ਕਿਉਂਕਿ ਉਹ ਜਾਗਦਾ ਹੈ। ਹਮੇਸ਼ਾ ਜਿਹੜਾ ਲੜਾਈ ਝਗੜਾ ਉਦੋਂ ਹੁੰਦਾ ਜਦੋਂ ਮਨ ਸੁੱਤਾ ਹੁੰਦਾ। ਜਿਵੇਂ ਦੋ ਜੀਵ ਲੜ ਰਹੇ ਨੇ, ਤੁਸੀਂ ਉਹਨਾਂ ਤੋਂ ਪੁੱਛੋ ਇੱਕ ਨੂੰ ਵੀ ਤੂੰ ਕਿਉਂ ਲੜ ਰਹੇ, ਉਹਨੇ ਕਹਿਣਾ ਮੈਨੂੰ ਇਹਨੇ ਆਹ ਗੱਲ ਆਖੀ, ਮੈਨੂੰ ਆਹ ਬਚਨ ਆਖੇ ਤੇ ਮੈਨੂੰ ਗੁੱਸਾ ਆ ਗਿਆ, ਮੈਨੂੰ ਕ੍ਰੋਧ ਆ ਗਿਆ। ਦੂਜੇ ਨੂੰ ਪੁੱਛੋ ਵੀ ਤੂੰ ਕਿਉਂ ਲੜ ਰਿਹਾ, ਵੀ ਉਹਨੇ ਕਹਿਣਾ ਮੈਨੂੰ ਇਹਨੇ ਆਹ ਆਖਿਆ, ਮੈਨੂੰ ਗੁੱਸਾ ਆ ਗਿਆ, ਕ੍ਰੋਧ ਆ ਗਿਆ। ਉਹ ਕੀ ਹੋਇਆ ਵੀ ਕ੍ਰੋਧ ਆਪਸ ਵਿੱਚ ਲੜਦੇ ਨੇ। ਮਨ ਤਾਂ ਸੁੱਤਾ ਪਿਆ, ਮਨ ਦਾ ਤਾਂ ਵਿੱਚ ਕੋਈ ਰੋਲ ਹੀ ਨਹੀਂ, ਉਹ ਤਾਂ ਸੁੱਤਾ ਪਿਆ ਅਗਿਆਨਤਾ ਦੇ ਵਿੱਚ। ਤੇ ਇਸ ਕਰਕੇ ਜਿਹੜਾ ਝਗੜਾ, ਜਿੰਨੇ ਵੀ ਲੜਾਈਆਂ, ਇਹ ਸਭ ਇਹਨਾਂ ਪੰਜਾਂ ਦੀਆਂ ਨੇ। ਜਿਹਨੂੰ ਮਹਾਰਾਜ ਕਹਿੰਦੇ ਕਹੋ ਕਬੀਰ ਪੰਚੋਂ ਕਾ ਝਗੜਾ, ਝਗੜਤ ਜਨਮ ਗਵਾਇਆ। ਇਹਦੀ ਫਿਰ ਸਜ਼ਾ ਮਨ ਨੂੰ ਮਿਲਦੀ ਵੀ ਤੂੰ ਕਿਉਂ ਗਾਫਲ ਹੋ ਕੇ ਸੁੱਤਾ। ਜੇ ਤੂੰ ਸੁੱਤਾ ਤੇ ਤਾਂ ਇਹਨਾਂ ਨੂੰ ਮੌਕਾ ਮਿਲਿਆ ਝਗੜਾ ਕਰਨ ਦਾ। ਜਦੋਂ ਮਨ ਸੌਂ ਜਾਂਦਾ ਫਿਰ ਇਹ ਝਗੜਾ ਤਾਂ ਕਰਦੇ, ਧਨ ਸਾਡਾ ਮਨ ਦਾ ਸਵਾਸਾਂ ਦਾ ਇਹ ਖਰਚ ਕਰੀ ਜਾਂਦੇ, ਫਿਰ ਵੀ ਲੜ ਕੇ ਝਗੜਾ ਕਰਕੇ ਵੀ ਖਰਚ ਕਰੀ ਚਲੋ, ਵੀ ਸੁੱਤਾ ਹੀ ਰਵੇ, ਜਾਗੇ। ਬਈ ਜੇ ਜਾਗ ਪਿਆ ਤੇ ਫਿਰ ਇਹ ਝਗੜਾ ਬੰਦ ਹੋ ਜਾਣਾ ਇਹਨਾਂ ਦਾ। ਇਸ ਕਰਕੇ ਫਿਰ ਮਹਾਰਾਜ ਤਾਂ ਕਰਕੇ ਸਮਝਾਉਂਦੇ ਮਨ ਨੂੰ ਵੀ ਜੇ ਤੂੰ ਇਸੇ ਤਰ੍ਹਾਂ ਹੀ ਗਾਫਲ ਹੋ ਕੇ ਸੁੱਤਾ ਰਿਹਾ, ਤੇਰਾ ਇਹ ਜਿਹੜਾ ਸਵਾਸਾਂ ਰੂਪੀ ਧਨ ਤੈਨੂੰ ਦਿੱਤਾ ਇਹ ਸਾਰਾ ਹੀ ਵਿਅਰਥ ਖਰਾਬ ਹੋ ਜਾਣਾ ਹੈ ਤੇ ਤੈਨੂੰ ਇਹਦੀ ਫਿਰ ਸਜ਼ਾ ਮਿਲਣੀ ਹੈ। ਵੀ ਇੰਨਾ ਬੜਮੁੱਲਾ ਧਨ ਤੈਨੂੰ ਦਿੱਤਾ ਸੀ, ਤੂੰ ਕਿਉਂ ਗਾਫਲ ਹੋ ਕੇ ਸੁੱਤਾ, ਕਿਉਂ ਤੂੰ ਉੱਥੇ ਜਾ ਕੇ ਅਗਿਆਨਤਾ ਦੇ ਵਿੱਚ ਗਿਆ। ਇਸ ਲਈ ਮਨ ਨੂੰ ਕਹਿੰਦੇ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੂਸੇ ਘਰ ਜਾਈ। ਵੀ ਜੇ ਤੂੰ ਗਾਫਲ ਹੋ ਗਿਆ ਤੇ ਤੇਰਾ ਜਨਮ ਤੂੰ ਗਵਾ ਲੈਣਾ ਆਪਦਾ ਹੈ, ਤੂੰ ਇਹ ਜਨਮ ਦਾ ਫਿਰ ਲਾਹਾ ਨਹੀਂ ਖੱਟੇਗਾ, ਤੇਰਾ ਇਹ ਲੜਾਈਆਂ ਝਗੜਿਆਂ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਹੀ ਇਹ ਜੀਵਨ ਨਿਕਲ ਜਾਣਾ ਸਾਰਾ ਸੁੱਤੇ ਤੇ। ਇਸ ਵਾਸਤੇ ਜਦੋਂ ਮਨ ਜਾਗ ਪਿਆ ਉਹਦੇ ਸਾਰੇ ਲੜਾਈਆਂ ਝਗੜੇ ਬੰਦ ਹੋ ਜਾਂਦੇ, ਕਿਉਂਕਿ ਝਗੜਾ ਕਰਨ ਵਾਲੇ ਪੰਜ ਦੂਤ ਸੀ ਤਾਂ ਕਰਦੇ ਸੀ, ਮਨ ਸੁੱਤਾ ਪਿਆ ਸੀ। ਜਦੋਂ ਮਨ ਜਾਗ ਪੈਂਦਾ ਫਿਰ ਇਹ ਝਗੜੇ ਸਾਰੇ ਖਤਮ ਹੋ ਜਾਂਦੇ। ਇਸ ਕਰਕੇ ਹੁਣ ਆਪਾਂ ਮਨ ਨੂੰ ਜਗਾਉਣ ਵਾਸਤੇ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਹੈ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੈ ਤਾਂ ਕਿ ਸਾਨੂੰ ਇਹ ਜੋ ਸਤਿਗੁਰੂ ਉਪਦੇਸ਼ ਦੇ ਰਹੇ ਸਾਨੂੰ ਇਹਦੀ ਸਮਝ ਤਾਂ ਲੱਗੇ, ਵੀ ਸਾਨੂੰ ਪਤਾ ਤਾਂ ਲੱਗੇ ਸਾਨੂੰ ਕੀ ਸਮਝਾ ਰਹੇ ਨੇ, ਕੀ ਸਾਨੂੰ ਕਹਿ ਰਹੇ ਨੇ। ਸੋ ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਵਾਰ-ਵਾਰ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ, ਸਾਡੇ ਮਨ 'ਚ ਵਸ ਜੇ ਅਤੇ ਆਪਾਂ ਆਪਦੇ ਜੀਵਨ ਦਾ ਲਾਹਾ ਖੱਟੀਏ, ਵੀ ਸਾਡਾ ਮਨ ਸੁੱਤਾ ਹੋਇਆ ਜਾਗ ਪਵੇ। ਇਸ ਵਾਸਤੇ ਹੁਣ ਆਪਾਂ ਇਹ ਆਪਦੇ ਜੀਵਨ ਦਾ ਲਾਹਾ ਖੱਟਣ ਵਾਸਤੇ ਵੱਧ ਤੋਂ ਵੱਧ ਇਹ ਅਭਿਆਸ ਕਰਨਾ ਹੈ ਅਤੇ ਕਿਸੇ ਨਾਲ ਵੀ ਮਨ 'ਚ ਵੈਰ ਵਿਰੋਧ ਨਹੀਂ ਰੱਖਣਾ ਅਤੇ ਕੋਸ਼ਿਸ਼ ਕਰਨੀ ਆਪਦੀ ਗੱਲ ਕਰਨੀ, ਵੀ ਕਿਸੇ ਹੋਰ ਦੀ ਆਪਾਂ ਨਾ ਕਰੀਏ। ਜਦੋਂ ਆਪਾਂ ਇਹ ਸੁਭਾਅ ਹੁੰਦਾ ਸਾਡਾ ਬਦਲ ਜਾਂਦਾ ਹੈ, ਜਦੋਂ ਆਪਾਂ ਥੋੜ੍ਹਾ ਜਿਹਾ ਪਰਹੇਜ਼ ਰੱਖਾਂਗੇ ਨਾ ਬਦਲ ਜਾਂਦਾ ਹੈ ਜੇ ਆਪਾਂ ਚਾਹੀਏ ਤਾਂ। ਅਤੇ ਨਾਲ ਫਿਰ ਸਤਸੰਗ ਦੇ ਵਿੱਚ ਆਪਾਂ ਨੂੰ ਆਸਰਾ ਮਿਲਦਾ, ਸਤਿਗੁਰੂ ਸਾਨੂੰ ਆਸਰਾ ਦਿੰਦੇ, ਨਾਲ ਸਿਮਰਨ ਦਾ ਆਸਰਾ, ਨਾਲ ਸਤਸੰਗਤ ਦਾ ਆਸਰਾ। ਜਦੋਂ ਇਹ ਮਿਲੇਗਾ ਅਤੇ ਫਿਰ ਹੀ ਆਪਾਂ ਛੱਡ ਦਾਂਗੇ ਜਿਹੜੀਆਂ ਇਹ ਸਾਡੇ ਮਨ ਦੀਆਂ ਆਦਤਾਂ, ਇਹ ਫਿਰ ਛੁੱਟ ਜਾਂਦੀਆਂ ਨੇ, ਸਾਡਾ ਸੁਭਾਅ ਬਦਲ ਜਾਂਦਾ ਜਦੋਂ ਆਪਾਂ ਇਹਦੇ ਲਗਾਤਾਰ ਸਤਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।